ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਥੋੜ੍ਹਾ ਜਿਹਾ ਲੇਟ, ਪਰ ਉਹਦੇ ਲਈ ਮਾਫੀ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਣੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਨਾਲ ਦੀ ਨਾਲ ਪ੍ਰੋਫੈਸਰ ਜਗੀਰ ਸਿੰਘ ਕਾਲੋਂ ਜੁੜ ਗਏ ਨੇ ਮੇਰੇ ਨਾਲ, ਉਹਨਾਂ ਦਾ ਕਰਦੇ ਹਾਂ ਜੀ ਸਵਾਗਤ। ਪ੍ਰੋਫੈਸਰ ਸਾਹਿਬ ਜੀ ਆਇਆਂ ਨੂੰ ਜੀ। ਬਹੁਤ ਮਿਹਰਬਾਨੀ ਜੀ। ਸਾਰੇ ਦਰਸ਼ਕਾਂ ਨੂੰ ਆਦਾਬ, ਸਤਿ ਸ੍ਰੀ ਅਕਾਲ, ਨਮਸਕਾਰ। ਆਪਾਂ ਕੁਝ ਖਬਰਾਂ ਤੇ ਪ੍ਰੋਫੈਸਰ ਸਾਹਿਬ ਗੱਲਬਾਤ ਕਰਦੇ ਹਾਂ, ਜਿਹੜੀਆਂ ਖਬਰਾਂ ਭਾਰਤ ਤੋਂ ਆ ਰਹੀਆਂ ਨੇ। ਪੰਜਾਬ ਦਾ ਪੂਰਾ ਸਿਆਸੀਕਰਨ ਇਸ ਢੰਗ ਨਾਲ ਹੋ ਰਿਹਾ ਕਿ ਉਹ ਇਲੈਕਸ਼ਨ ਦੇ ਰੰਗ 'ਚ ਰੰਗਿਆ ਗਿਆ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਅਜੇ ਦਿੱਲੀ ਬਾਰਡਰਾਂ ਤੇ ਬੈਠੀਆਂ ਨੇ। 4 ਤਰੀਕ ਨੂੰ ਆਖਰੀ ਫੈਸਲਾ ਹੋਣਾ ਤੇ 5 ਜਿਹੜੇ ਮੈਂਬਰ ਨੇ ਉਹਨਾਂ ਬਾਰੇ ਤੁਹਾਡੇ ਕੋਲ ਜੇ ਕੋਈ ਜਾਣਕਾਰੀ ਹੋਵੇ ਤੇ ਸਾਂਝੀ ਕਰ ਦਿਓ। ਤੋਂ ਬਾਅਦ ਫਿਰ ਆਪਾਂ ਬਾਕੀ ਸਿਆਸੀ ਗੱਲਾਂ ਕਰਾਂਗੇ। ਕਿਸਾਨ ਮੂਵਮੈਂਟ ਦੀ ਵਿਕਟਰੀ ਤੋਂ ਬਾਅਦ ਜਿਹੜਾ ਆ ਅਜੇ ਤੱਕ ਕਿਸਾਨ ਜਥੇਬੰਦੀਆਂ ਫੈਸਲਾ ਨਹੀਂ ਲੈ ਸਕੀਆਂ ਕਿ ਅਸੀਂ ਮੋਰਚਾ ਕੰਟੀਨਿਊ ਕਰਨਾ ਆ, MSP ਵਾਲੀ ਕਮੇਟੀ ਤੇ ਸੈਟੀਸਫਾਈ ਹੋ ਜਾਣਾ ਜਾਂ ਕੋਈ ਨਾ ਕੋਈ ਰਿਟਰਨ ਲੈ ਕੇ ਹੀ ਜਿਹੜਾ ਵਾ ਮੋਰਚਾ ਪਿੱਛੇ ਹਟਾਉਣਾ। ਉਹਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ, 32 ਤੇ ਇਕੱਲੇ ਪੰਜਾਬ ਦੀਆਂ ਕਹਿ ਲਓ, ਤੇ ਉਸ ਤੋਂ ਇਲਾਵਾ ਸੰਯੁਕਤ ਮੋਰਚੇ 450 ਦੇ ਕਰੀਬ ਤੁਸੀਂ ਦੱਸਦੇ ਹੁੰਦੇ ਹੋ ਕਿ ਜਥੇਬੰਦੀਆਂ ਨੇ। ਸਾਰਿਆਂ ਨਾਲ ਸਲਾਹ ਮਸ਼ਵਰਾ ਮੰਥਨ ਚੱਲ ਰਿਹਾ। 1 ਤਰੀਕ ਦੀ ਇੱਕ ਮੀਟਿੰਗ ਹੋ ਚੁੱਕੀ ਆ, ਹੁਣ 4 ਤਰੀਕ ਨੂੰ ਦੁਬਾਰਾ ਮੀਟਿੰਗ ਹੈ। ਵੈਸੇ ਮੈਂ ਅੱਜ ਡਾਕਟਰ ਗਿੱਲ ਹੋਰਾਂ ਨਾਲ ਗੱਲ ਕਰ ਰਿਹਾ ਸੀ ਕਿਉਂਕਿ ਮੇਰੇ ਕੋਲ ਖਬਰ ਆਈ ਸੀ ਕਿ ਜਿਹੜੇ 5 ਮੈਂਬਰ ਨੇ ਉਹਨਾਂ 'ਚ ਜਥੇਬੰਦੀਆਂ ਦੀ ਇੱਛਾ ਇਹ ਸੀ ਕਿ ਵੈਸੇ ਨਾ ਜਿਹੜੇ 2 ਪੰਜਾਬ ਦੇ, 2 ਹਰਿਆਣੇ ਦੇ ਤੇ 1 ਯੂਪੀ ਤੋਂ ਨਾ ਸ਼ਾਇਦ ਭੇਜਣਾ ਸੀਗਾ ਇਹਨਾਂ ਨੇ, ਆਪੋ 'ਚ ਫੈਸਲਾ ਹੋਇਆ ਤੇ ਕਿਹਾ ਜਾ ਰਿਹਾ ਸੀ ਕਿ ਵਿੱਚ 1 ਜਾਂ 2 ਜਿਹੜੇ ਖੇਤੀ ਦੇ ਆਰਥਿਕ ਮਾਹਰ ਨੇ ਉਹਨਾਂ ਨੂੰ ਜੋੜ ਦਿਆ ਜਾਵੇ। ਗਿੱਲ ਸਾਹਿਬ ਨਾਲ ਮੇਰੀ ਗੱਲ ਹੋਈ, ਅੱਗੇ ਚੱਲ ਕੇ ਆਪਾਂ ਉਹ ਵੀ ਕਰਦੇ ਹਾਂ ਜੀ। ਜਿਹੜਾ ਨਾਵਾਂ ਦਾ ਸਿਲਸਿਲਾ ਆ ਗਿੱਲ ਸਾਹਿਬ, ਨਾਵਾਂ ਬਾਰੇ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਤਾਂ ਕਰ ਲਿਆ ਆ, ਹਾਂਜੀ, ਪਰ ਉਹਨਾਂ ਨੇ 5 ਮੈਂਬਰ ਚੁਣ ਵੀ ਲਏ ਆ ਕਿ ਕਿਹੜੇ 5 ਮੈਂਬਰ ਅਸੀਂ ਜਿਹੜੇ ਆ ਉਹ ਦੇਣੇ ਆ, ਪਰੰਤੂ ਉਹਨਾਂ ਨੇ ਨਾਵਾਂ ਦਾ ਖੁਲਾਸਾ ਅਜੇ ਨਹੀਂ ਕੀਤਾ। ਇਸ ਕਰਕੇ ਇਹ ਸਾਨੂੰ 4 ਤਰੀਕ ਤੱਕ ਉਡੀਕ ਕਰਨੀ ਪਏਗੀ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ ਜਿਹੜੀ ਆ ਉਹ 4 ਦਸੰਬਰ ਨੂੰ ਹੋਣੀ ਆ। ਸੋ ਇਸ ਕਰਕੇ ਜਿੱਥੋਂ ਤੱਕ ਤਾਂ ਨਾਵਾਂ ਦਾ ਸਵਾਲ ਆ, ਇਹ ਕਿਉਂਕਿ ਉਹਨਾਂ ਦੀ ਅੰਦਰੂਨੀ ਅਜੇ ਮਤਲਬ ਗੱਲ ਹੈਗੀ ਆ, ਸੋ ਇਸ ਕਰਕੇ ਉਹਦੇ ਬਾਰੇ ਜਾਣਕਾਰੀ ਨਹੀਂ ਹੈ। ਪਰ ਜਿਹੜੀ ਕਿਸਾਨੀ ਮੋਰਚੇ ਦੀ ਗੱਲ ਹੈਗੀ ਆ ਜੀ, ਦੇਖੋ ਇੱਕ ਪੜਾਅ ਤਾਂ ਤੈਅ ਹੋ ਗਿਆ ਕਿ ਪਾਰਲੀਮੈਂਟ ਦੇ ਦੋਵੇਂ ਹਾਊਸ ਹੈਗੇ ਆ ਉਹਨਾਂ 'ਚੋਂ ਪਾਸ ਹੋ ਕੇ ਰਾਸ਼ਟਰਪਤੀ ਦੀ ਮੋਹਰ ਵੀ ਲੱਗ ਗਈ ਆ। ਇਹ ਤਾਂ ਜਿਹੜਾ ਬਿੱਲਾਂ ਦੀ ਵਾਪਸੀ ਵਾਲਾ ਪ੍ਰੋਸੀਜਰ ਸੀਗਾ ਉਹ ਪੂਰਾ ਹੋ ਗਿਆ। ਹੁਣ ਜਿਹੜੀਆਂ ਰਹਿੰਦੀਆਂ ਗੱਲਾਂ ਆ ਉਹਨਾਂ ਦੇ ਵਿੱਚ ਇੱਕ ਤਾਂ ਹੈਗਾ MSP ਦੀ, ਜਿਹਦੇ ਬਾਰੇ ਉਹ ਸਰਕਾਰ ਕਹਿ ਰਹੀ ਆ ਵੀ ਅਸੀਂ ਕਮੇਟੀ ਬਣਾਵਾਂਗੇ ਜਿਹਦੇ 'ਚ ਕਿਸਾਨਾਂ ਦੇ ਨੁਮਾਇੰਦੇ ਵੀ ਲੈਣਗੇ, ਜਿੱਦਾਂ ਉਹਨਾਂ ਨੇ 5 ਨਾਂ ਜਿਹੜੇ ਉਹ ਮੰਗੇ ਆ, ਤੇ ਉਹਦੇ ਵਿੱਚ ਐਕਸਪਰਟਸ ਵੀ ਹੋਣਗੇ, ਸਰਕਾਰੀ ਨੁਮਾਇੰਦੇ ਵੀ ਹੋਣਗੇ। ਤੇ ਇਹ ਜਿਹੜੀ MSP ਦਾ ਜਿਹੜਾ ਫੈਸਲਾ ਹੈਗਾ ਉਹਦੀ ਗੱਲ ਤਾਂ ਇਸ ਤਰੀਕੇ ਨਾਲ ਚੱਲ ਰਹੀ ਆ। ਅੱਛਾ ਜੀ, ਅੱਛਾ ਕਾਲੂ ਸਾਹਿਬ, ਮੈਂ ਵੈਸੇ ਗਿੱਲ ਸਾਹਿਬ ਨਾਲ ਜਿਹੜੀ ਗੱਲਬਾਤ ਹੋਈ ਸੀ ਉਹਨਾਂ ਕਿਹਾ ਕਿ ਜਿਹੜੀ 1 ਤਰੀਕ ਨੂੰ ਹੰਗਾਮੀ ਮੀਟਿੰਗ ਹੋਈ ਸੀ ਕਿਸਾਨ ਜਥੇਬੰਦੀਆਂ ਦੀ, ਉਹਦੇ ਵਿੱਚ ਕਿਉਂਕਿ ਦੇਖੋ ਬਹੁਤ ਸਾਰੀਆਂ ਜਥੇਬੰਦੀਆਂ ਹੋਣ ਕਰਕੇ ਹਰ ਇੱਕ ਦਾ ਲੀਡਰ ਦਾ ਇਹ ਖਿਆਲ ਹੋਏਗਾ ਕਿ ਕਿਉਂਕਿ ਅਸੀਂ ਲਗਾਤਾਰ ਸਾਰੇ ਜਣੇ ਬਰਾਬਰ ਦੀ ਪਾਰਟੀਸਿਪੇਸ਼ਨ ਕਰਦੇ ਰਹੇ ਹਾਂ ਤੇ ਮੇਰਾ ਨਾਂ ਉਹਦੇ ਵਿੱਚ ਹੋਵੇ। ਸੋ ਹਰ ਲੀਡਰ ਦੀ ਇੱਛਾ, ਵੇਖੋ ਕੋਈ ਵੀ ਹੋਵੇ, ਤੁਸੀਂ ਬੈਠੇ ਹੋ, ਮੈਂ ਉੱਥੇ ਬੈਠਿਆ ਹੋਵਾਂ, ਤੇ ਸਭ ਨੂੰ ਇਹੋ ਹੀ ਲੱਗੇਗਾ ਕਿ ਨਹੀਂ ਮੈਨੂੰ ਵੀ ਜਾਣਾ ਚਾਹੀਦਾ ਹੈ। ਸੋ ਡਾਕਟਰ ਸਾਹਿਬ ਨੇ ਦੱਸਿਆ ਸੀ ਕਿ ਸ਼ਾਰਟ ਲਿਸਟ ਉਹਨਾਂ ਨੇ 11 ਮੈਂਬਰ ਕੀਤੇ ਆ ਕਿਉਂਕਿ ਕਮੇਟੀ 5 ਦੀ ਬਣਨੀ ਆ। 11 ਚੋਂ ਅਜੇ ਜਿਹੜਾ ਫਾਈਨਲ ਫੈਸਲਾ ਉਹ ਅਜੇ ਹੋਣ ਵਾਲਾ ਬਾਕੀ ਆ। ਤੇ ਇਹ ਹੁਣ ਦੇਖੋ ਕਿਸਾਨ ਜਥੇਬੰਦੀਆਂ ਨੇ ਬੜੀ ਸੂਝ-ਬੂਝ ਨਾਲ ਸਾਰਾ ਮੋਰਚਾ ਇਹ ਸਰ ਕੀਤਾ ਤੇ ਕਿਤੇ ਵੀ ਉਹਨਾਂ ਨੇ ਇਸ ਤਰ੍ਹਾਂ ਦੇ ਜਿਹੜੇ ਫਰਕ ਸੀ ਆਪਸੀ, ਕਿਉਂਕਿ ਬਹੁਤ ਤਰ੍ਹਾਂ ਦੇ ਲੋਕ ਨੇ ਜਥੇਬੰਦੀਆਂ ਦੇ ਵਿੱਚ, ਵੱਖ-ਵੱਖ ਖਿਆਲਾਂ ਦੇ ਲੋਕ ਨੇ, ਉਹਨਾਂ ਨੇ ਘੱਟੋ ਘੱਟ ਮੋਰਚੇ ਦੇ ਦੌਰਾਨ ਇਦਾਂ ਦੀ ਕੋਈ ਵੀ ਦੁਬਿਧਾ ਜਿਹੜੀ ਆ ਉਹ ਨਹੀਂ ਆਉਣ ਦਿੱਤੀ। ਅੰਦਰ ਬਹਿ ਕੇ ਸਮਝੌਤੇ ਫੈਸਲੇ ਕਰਕੇ ਤੇ ਬਾਹਰ ਆ ਕੇ ਇੱਕਮਿਕ ਹੋ ਕੇ ਉਹਨਾਂ ਨੇ ਇਹ ਸਾਰੀ ਜਿਹੜੀ ਲੜਾਈ ਆ ਉਹ ਲੜੀ ਆ। ਸੋ ਉਮੀਦ ਕਰਨੀ ਚਾਹੀਦੀ ਆ ਕਿ ਇਹ ਜਿਹੜਾ ਮਰਹਲਾ ਆ ਇਹ ਵੀ ਉਸੇ ਹੀ ਭਾਵਨਾ ਨਾਲ, ਉਸੇ ਹੀ ਸਪਿਰਿਟ ਨਾਲ ਜਿਹੜਾ ਉਹ ਸਰ ਹੋ ਜਾਏਗਾ।
ਇਹ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਇਹ ਅਸੀਂ ਆਪਣੇ ਇਸ ਫੋਰਮ ਤੋਂ ਕਿਸਾਨ ਲੀਡਰਸ਼ਿਪ ਦੀ ਇਸ ਗੱਲੋਂ ਤਾਰੀਫ ਕਰਦੇ ਹਾਂ ਕਿ ਉਹਨਾਂ ਨੇ ਮਿਲ ਬਹਿ ਕੇ ਜੇ 11 ਮੈਂਬਰ ਸ਼ਾਰਟ ਲਿਸਟ ਕੀਤੇ ਆ, ਇਹਨਾਂ ਚੋਂ 5 ਜਿਹੜੇ ਆ ਉਹ ਚੁਣਨੇ ਆ। ਉਹ ਵੀ ਮੇਰਾ ਖਿਆਲ ਜਿੱਦਾਂ 11 ਸ਼ਾਰਟ ਲਿਸਟ ਕੀਤੇ ਆ, ਇਦਾਂ ਹੀ ਜਿਹੜੇ 5 ਆ ਉਹ ਚੁਣ ਲੈਣਗੇ। ਇਹਦੇ 'ਚ ਮੇਰਾ ਖਿਆਲ ਕੋਈ ਮੁਸ਼ਕਲ ਇਸ ਕਿਸਮ ਦੀ ਆਉਣ ਵਾਲੀ ਨਹੀਂ। ਬਾਕੀ ਜਿਹੜੇ ਹੁਣ ਮਸਲੇ ਆ ਉਹਨਾਂ ਦੇ ਵਿੱਚ ਇੱਕ ਤਾਂ ਐਮਐਸਪੀ ਵਾਲਾ ਆ ਜਿਹਦਾ ਪ੍ਰੋਸੀਜਰ ਸ਼ੁਰੂ ਹੋ ਗਿਆ, ਤੇ ਦੂਜਾ ਹੈਗਾ ਜਿਹੜਾ ਕਿਸਾਨ ਮੋਰਚੇ ਦੇ ਦੌਰਾਨ ਮੰਗ ਪੈਦਾ ਹੋਈ ਆ ਕਿ ਇੱਕ ਤਾਂ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੀ ਜਿਹੜੀ ਸਮਾਰਕ ਬਣਾਉਣੀ ਹੈਗੀ ਆ, ਉਹਨਾਂ ਦੇ ਪਰਿਵਾਰਾਂ ਨੂੰ ਕੰਪਨਸੇਟ ਕਰਨਾ, ਇਹ ਇੱਕ ਮੰਗ ਹੈਗੀ ਆ ਜਿਹਦੇ ਵਿੱਚ ਸਰਕਾਰ, ਕੇਂਦਰ ਸਰਕਾਰ ਤਾਂ ਢੁੱਚਰ ਡਾ ਰਹੀ ਆ ਵੀ ਸਾਡੇ ਕੋਲ ਰਿਕਾਰਡ ਹੀ ਹੈ ਨਹੀਂ। ਇਹ ਗਿੱਲ ਸਾਹਿਬ ਕੋਈ ਬਹਾਨਾ ਜਿਹੜਾ ਬਣਦਾ ਨਹੀਂ ਹੈ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿੱਥੇ ਜਿੱਥੇ ਕੋਈ ਮੌਤ ਹੁੰਦੀ ਰਹੀ ਆ, ਉੱਥੇ ਉੱਥੇ ਉਹ ਬਕਾਇਦਾ ਰਜਿਸਟਰ ਹੁੰਦੀ ਰਹੀ ਆ। ਤੇ ਇਹਦੇ 'ਚ ਰਣਦੀਪ ਸੁਰਜੇਵਾਲਾ ਜਿਹੜਾ ਕਿ ਪਾਰਲੀਮੈਂਟ ਦੇ ਮੈਂਬਰ ਆ ਹਰਿਆਣੇ ਦੇ ਕਾਂਗਰਸ ਦੇ, ਉਹਨਾਂ ਨੇ ਕਿਹਾ ਵੀ ਇਹ ਤਾਂ ਕਾਂਗਰਸ ਪਾਰਟੀ ਲਿਸਟ ਦੇ ਸਕਦੀ ਆ, ਪੰਜਾਬ ਸਰਕਾਰ ਵੀ ਦੇ ਸਕਦੀ ਆ। ਔਰ ਇਹ ਮੇਰਾ ਖਿਆਲ ਹੈ ਇਹ ਬਹਾਨਾ ਆ, ਇਹ ਕੋਈ ਕਾਰਨ ਨਹੀਂ ਬਣਦਾ ਹੈਗਾ ਕਿ ਸਾਡੇ ਕੋਲ ਜੀ ਰੈਕਰਡ ਹੈ ਨਹੀਂਗਾ। ਰੈਕਰਡ ਤਾਂ ਕਿਸਾਨ ਮੋਰਚੇ ਕੋਲ ਹੈਗਾ, ਉਹਨਾਂ ਕੋਲ ਲਿਆ ਜਾ ਸਕਦਾ। ਫਿਰ ਇਹ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕੋਈ ਬਹੁਤਾ ਮੁਸ਼ਕਲ ਨਹੀਂ ਹੈ। ਇੱਕ ਸਵਾਲ ਇਹ ਹੈਗਾ ਕਿ ਜਿਹੜੇ ਇਸ ਦੌਰਾਨ ਚੱਲਦੇ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਉੱਤੇ ਕੇਸ ਬਣੇ ਆ, ਉਹ ਭਾਵੇਂ ਪੰਜਾਬ 'ਚ ਆ ਜਾਂ ਯੂਪੀ 'ਚ ਆ ਜਾਂ ਹਰਿਆਣੇ 'ਚ ਆ, ਉਹ ਸਾਰੇ ਦੇ ਸਾਰੇ ਵਾਪਸ ਲਏ ਜਾਣ। ਉਹਦੇ ਬਾਰੇ ਇਹ ਪਤਾ ਲੱਗਾ ਕਿ ਹੋਮ ਮਿਨਿਸਟਰੀ ਨੇ ਸਟੇਟਾਂ ਕੋਲੋਂ ਜਿਹੜੀ ਤਫਸੀਲ ਆ ਉਹ ਮੰਗੀ ਆ, ਤੇ ਹਰਿਆਣੇ ਦੇ ਮੁੱਖ ਮੰਤਰੀ ਨੇ ਹਰਿਆਣਾ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਸੱਦਾ ਦਿੱਤਾ ਆ। ਸੋ ਇਸ ਕਰਕੇ ਇਹ ਗੱਲਾਂ ਹੈਗੀਆਂ। ਤੇ ਨਾਲ ਦੀ ਨਾਲ ਇੱਕ ਇਸੇ ਅੰਦੋਲਨ 'ਚੋਂ ਨਿਕਲੀ ਹੋਈ ਮੰਗ ਆ ਕਿ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੀ ਯਾਦਗਾਰ ਉਸਾਰਨ ਲਈ ਕੋਈ ਜਿਹੜੀ ਢੁਕਵੀਂ ਜਗ੍ਹਾ ਆ ਉਹ ਦਿੱਤੀ ਜਾਵੇ। ਢੁਕਵੀਂ ਜਗ੍ਹਾ ਤਾਂ ਮੇਰਾ ਖਿਆਲ ਜਿਹੜਾ ਸਿੰਘੂ ਬਾਰਡਰ ਹੈਗਾ ਜਾਂ ਕੋਈ ਵੀ ਬਾਰਡਰ ਜਿੱਥੇ ਕਿਸਾਨ ਬੈਠੇ ਆ ਉਹਨਾਂ 'ਚੋਂ ਹੀ ਹੋ ਸਕਦਾ ਆ। ਸਿੰਘੂ ਬਾਰਡਰ ਤੇ ਕਿਉਂਕਿ ਪਹਿਲਾਂ ਸ਼ੁਰੂ 'ਚ ਗਏ ਆ, ਇਹ ਮਤਲਬ ਮੈਂ ਤਾਂ ਨਹੀਂ ਇਹਦੇ ਬਾਰੇ ਕੋਈ ਸਲਾਹ ਦੇ ਸਕਦਾ, ਪਰ ਇਹ ਪੋਸੀਬਲ ਆ ਕਿ ਉੱਥੇ ਉਹਨਾਂ ਨੂੰ ਕੋਈ ਜਗ੍ਹਾ ਮਿਲ ਜਾਵੇ, ਕਿਉਂਕਿ ਇਹ ਬਹੁਤ ਇਸ ਕਿਸਮ ਦੀ ਮੰਗ ਨਹੀਂ ਹੈ ਕਿ ਜਿਹਦੇ ਉੱਤੇ ਬਹੁਤ ਖਰਚਾ ਆਉਂਦਾ ਹੋਵੇ। ਨਾਲ ਦੀ ਨਾਲ ਜਿਹੜੀ ਲਖੀਮਪੁਰ ਖੀਰੀ ਵਾਲੀ ਆ ਘਟਨਾ, ਉਹਦੇ ਵਿੱਚ ਕਿਸਾਨ ਮੋਰਚੇ ਦੀ ਇੱਕ ਮੰਗ ਆ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਸੁਪਰੀਮ ਕੋਰਟ ਦੇ ਦਖਲ ਨਾਲ, ਮੋਰਚੇ ਦੇ ਦਬਾਅ ਨਾਲ ਫੜਿਆ ਗਿਆ, ਅਰੈਸਟ ਕੀਤਾ ਗਿਆ, ਤੇ ਨਾਲ ਦੀ ਨਾਲ ਉਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਉਹ ਵੀ ਨਹੀਂ ਹੋਈਆਂ। ਪਰ ਅਜੇ ਉਹਨਾਂ ਦੀ ਇੱਕ ਮੰਗ ਇਹ ਆ ਕਿ ਉਹਨਾਂ ਨੂੰ ਜਿਹੜੀ ਸਜ਼ਾ ਦੇਣ ਵਾਲੀ ਗੱਲ ਆ ਉਹ ਤਾਂ ਪ੍ਰੋਸੀਜਰਲ ਹੋਣੀ ਆ, ਉਹ ਹੋ ਰਿਹਾ ਹੈਗਾ। ਤੇ ਜਿਹੜਾ ਇਹ ਮੁੱਖ ਦੋਸ਼ੀ ਆ ਆਸ਼ੀਸ਼ ਮਿਸ਼ਰਾ, ਉਹਦਾ ਪਿਤਾ ਜਿਹੜਾ ਟੈਣੀ ਆ, ਜਿਹੜਾ ਕਿ ਡਿਪਟੀ ਹੋਮ ਮਿਨਿਸਟਰ ਆ, ਉਹਨੂੰ ਅਹੁਦੇ ਤੋਂ ਹਟਾਇਆ ਜਾਵੇ ਔਰ ਉਹਦੇ ਤੇ ਕੇਸ ਦਰਜ ਕੀਤਾ ਜਾਵੇ। ਇਹ ਮੰਗ ਵੀ ਮੇਰਾ ਖਿਆਲ ਬੜੀ ਤਰਕ ਸੰਗਤ ਹੈਗੀ ਆ ਔਰ ਇਹਦੇ ਮੰਨਣ ਦੇ ਅਸਾਰ ਵੀ ਬਣ ਸਕਦੇ ਆ, ਕਿਉਂਕਿ ਜੇ ਮੋਦੀ ਸਾਹਿਬ ਕਿਸਾਨਾਂ ਕੋਲੋਂ, ਲੋਕਾਂ ਕੋਲੋਂ, ਦੇਸ਼ ਕੋਲੋਂ ਇਸ ਗੱਲ ਦੀ ਮਾਫੀ ਮੰਗ ਸਕਦੇ ਆ ਭਈ ਇਹ ਕਾਨੂੰਨ ਚੰਗੇ ਹੋਣ ਦੇ ਬਾਵਜੂਦ ਵੀ ਅਸੀਂ ਸਮਝਾ ਨਹੀਂ ਸਕੇ, ਇਸ ਕਰਕੇ ਮੈਂ ਦੇਸ਼ ਕੋਲੋਂ ਮਾਫੀ ਮੰਗਦਾ ਹਾਂ। ਤੇ ਜਿਹੜੀ ਇੱਕ ਬਹੁਤ ਤਰਕਸੰਗਤ ਮੰਗ ਆ, ਜਿਹੜੀ ਇਨਸਾਫ ਦਿਵਾਉਣ ਵਾਲੀ ਮੰਗ ਆ ਕਿ ਬਈ ਡਿਪਟੀ ਹੋਮ ਮਿਨਿਸਟਰ ਨੂੰ ਬਰਖਾਸਤ ਕਰਕੇ ਇਹਦੇ ਚੋਂ ਕੈਬਨਿਟ ਚੋਂ ਕੱਢ ਕੇ ਤੇ ਉਹਦੇ ਉੱਤੇ 120 ਧਾਰਾ ਦੇ ਅੰਡਰ ਜਿਹੜਾ ਉਹ ਕੇਸ ਦਰਜ ਕੀਤਾ ਜਾਵੇ। ਸੋ ਇਦਾਂ ਦੀਆਂ ਮੰਗਾਂ ਜਿਹੜੀਆਂ ਆ, ਹੁਣ ਜਿਹੜੀ 4 ਦਸੰਬਰ ਦੀ ਮੀਟਿੰਗ ਹੈ ਗਿੱਲ ਸਾਹਿਬ, ਉਹ ਬੜੀ ਕਰੂਸ਼ਲ ਆ। ਇਹਦੇ ਵਿੱਚ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ, ਜਿਹੜੇ ਮੁੱਦਿਆਂ ਦੀ ਆਪਾਂ ਗੱਲ ਕੀਤੀ ਆ, ਇਹ ਸਾਰੇ ਵਿਚਾਰੇ ਜਾਣੇ ਆ। ਔਰ ਇਹਦੇ ਵਿੱਚ ਕਿਸਾਨ ਲੀਡਰਸ਼ਿਪ ਜਿਹੜੀ ਆ, ਜਿਹੜੀ ਕੁਝ ਲੋਕਾਂ ਨੇ ਧਮਾਤਾ ਸੀਗਾ ਜੀ, ਉਹ ਲੋਕ ਤੇ ਘਰਾਂ ਨੂੰ ਚਲ ਗਏ ਆ ਜੀ, ਉੱਥੇ ਖਾਲੀ ਹੋ ਗਿਆ ਜੀ, ਹੁਣ ਤਾਂ ਮੋਰਚਾ ਵਾਪਸ ਹੋ ਗਿਆ ਜੀ,
ਇਹ ਗੱਲ ਜਿਹੜੀ ਆ ਮੇਰਾ ਖਿਆਲ ਕਿਸਾਨਾਂ ਨੇ ਬੜੀ ਸਿਆਣਪ ਨਾਲ ਲੋਕਾਂ ਤੱਕ ਕਨਵੇ ਕੀਤੀ ਆ, ਔਰ ਉਹਨਾਂ ਨੇ ਬਾਰ-ਬਾਰ ਇਹ ਗੱਲ ਕਹੀ ਆ ਕਿ ਆਹ ਸਾਡੇ ਜਿਹੜੇ ਮੁੱਦੇ ਆ ਜਿਨ੍ਹਾਂ ਦਾ ਆਪਾਂ ਹੁਣੇ ਜ਼ਿਕਰ ਕੀਤਾ ਆ, ਜਦ ਤੱਕ ਇਹ ਸਾਰੇ ਹੱਲ ਨਹੀਂ ਹੁੰਦੇ ਤਦ ਤੱਕ ਅਸੀਂ ਜਿਹੜਾ ਅੰਦੋਲਨ ਹੈਗਾ ਉਹ ਮੁਲਤਵੀ ਨਹੀਂ ਕਰ ਸਕਦੇ ਜਾਂ ਇਹਨੂੰ ਅਸੀਂ ਵਾਪਸ ਨਹੀਂ ਲੈ ਸਕਦੇ। ਸਾਡਾ ਅੰਦੋਲਨ ਜਿਹੜਾ ਆ ਉਸੇ ਤਰ੍ਹਾਂ ਕੰਟੀਨਿਊ ਜਾਰੀ ਰਹੇਗਾ ਔਰ ਜਾਰੀ ਰਹਿ ਰਿਹਾ ਹੈਗਾ। ਬਲਕਿ ਬਾਰਡਰਾਂ ਦੇ ਉੱਤੇ ਪੰਜਾਬ ਤੋਂ, ਹਰਿਆਣੇ ਤੋਂ, ਯੂਪੀ ਤੋਂ ਬਹੁਤ ਸਾਰੇ ਲੋਕ ਹੋਰ ਆਏ ਹੈਗੇ ਆ, ਕਿਉਂਕਿ ਜਿਹੜੇ ਰੱਦ ਹੋਏ ਆ 3 ਕਾਨੂੰਨ, ਇਹਨਾਂ ਨਾਲ ਮੋਰਚੇ ਨੂੰ ਕੁਦਰਤੀ ਤੌਰ ਤੇ ਬਲ ਮਿਲਿਆ ਔਰ ਜਿਹੜੇ ਪਾਰਟਿਸਪੈਂਟ ਆ, ਲੋਕੀ ਆ, ਉਹਨਾਂ ਦਾ ਵੀ ਹੌਸਲਾ ਵਧਿਆ। ਸੋ ਇਹ ਜਿਹੜਾ ਇੱਕ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਸੀਗਾ, ਕਿਉਂਕਿ ਹੁਣ ਗੋਦੀ ਮੀਡੀਆ ਕੋਲ ਤੇ ਮੋਦੀ ਮੀਡੀਆ ਕੋਲ ਕਰਨ ਵਾਲੀ ਗੱਲ ਤਾਂ ਕੋਈ ਰਹਿ ਨਹੀਂ ਗਈ। ਸੋ ਇਸ ਕਰਕੇ ਉਹ ਇੱਦਾਂ ਦੀਆਂ ਨਿੱਕੀਆਂ ਨਿੱਕੀਆਂ ਕੁੰਤਰਾਂ ਕੱਢਦੇ ਆ। ਕਦੀ ਕੋਈ ਕਹਿ ਦਿੰਦਾ ਜੀ ਰਾਜੇਵਾਲ ਨੇ ਮੁੱਖ ਮੰਤਰੀ ਬਣਨਾ ਪੰਜਾਬ ਦਾ, ਕਦੀ ਕਹਿ ਦਿੰਦੇ ਜੀ ਇਹਨਾਂ ਨੇ ਚੋਣਾਂ ਲੜਨੀਆਂ ਆ। ਸੋ ਇਸ ਕਿਸਮ ਦੀਆਂ, ਜਿੱਦਾਂ ਕਹਿੰਦੇ ਹੁੰਦੇ ਆ ਨਾ, ਸਿਆਣੀ ਬਿੱਲੀ ਖੰਭਾ ਨੋਚੇ, ਇੱਦਾਂ ਦਾ ਮੀਡੀਆ ਦਾ ਹੁਣ ਹਾਲ ਹੋਇਆ ਵਾ। ਤੇ ਉਹ ਇੱਦਾਂ ਦੀਆਂ ਝੂਠੀਆਂ ਅਫਵਾਹਾਂ ਵੀ ਫੈਲਾਉਂਦੇ ਆ, ਤੇ ਜਿਹਨੂੰ ਕਿ ਕਿਸਾਨ ਮੋਰਚੇ ਵਾਲਿਆਂ ਨੇ ਮੂਲੋਂ ਹੀ ਰੱਦ ਕਰਦੇ ਹੋਏ ਕਲੀਅਰ ਕਰ ਦਿੱਤਾ, ਸਪਸ਼ਟ ਕਰ ਦਿੱਤਾ ਭਈ ਇਹ ਮੰਗਾਂ ਜਿਹੜੀਆਂ, ਇਹ ਪਹਿਲਾ ਪੜਾਅ ਜਿਹੜਾ ਹੈਗਾ ਸਾਡਾ ਸਪਸ਼ਟ ਹੋ ਗਿਆ, ਤੇ ਜਿਹੜੀਆਂ ਅਗਲੀਆਂ ਮੰਗਾਂ ਹੈਗੀਆਂ ਉਹਨਾਂ ਨੂੰ ਜਦ ਤੱਕ ਅਸੀਂ ਮਨਾ ਨਹੀਂ ਲੈਂਦੇ, ਸਾਨੂੰ ਲਿਖਤੀ ਇਹਦਾ ਜਿਹੜਾ ਉਹ ਸਬੂਤ ਨਹੀਂ ਦਿੱਤਾ ਜਾਂਦਾ, ਸਾਡਾ ਮੋਰਚਾ ਉਹਨਾਂ ਚਿਰ ਜਾਰੀ ਆ। ਜੀ ਜੀ, ਅੱਛਾ, ਆਪਾਂ ਥੋੜੀ ਜਿਹੀ ਪੰਜਾਬ ਦੀ ਸਿਆਸਤ ਤੇ ਗੱਲ ਕਰ ਲਈਏ। ਇੰਨੇ ਵੱਡੇ ਅੰਦੋਲਨ ਤੋਂ ਬਾਅਦ ਆਪਾਂ ਸਾਰੇ ਜਾਣੇ ਲਗਾਤਾਰ ਇਹ ਗੱਲ ਕਰਦੇ ਰਹੇ ਹਾਂ ਕਿ ਚੇਤਨਾ ਦਾ ਬੜਾ ਪਸਾਰ ਹੋਇਆ ਤੇ ਲੋਕ ਹੁਣ ਅੱਗੇ ਨਾਲੋਂ ਬੜਾ ਸੋਚ ਸਮਝ ਕੇ ਹੀ ਫੈਸਲੇ ਲਿਆ ਕਰਨਗੇ। ਇਹ ਨਹੀਂ ਕਿ ਕੋਈ ਵੀ ਆ ਕੇ ਉਹਨਾਂ ਨੂੰ ਵਰਗਲਾ ਲਏਗਾ, ਕੋਈ ਲਾਰੇ ਲਾ ਕੇ ਉਹਨਾਂ ਦੀ ਵੋਟ ਹਾਸਲ ਕਰ ਲਏਗਾ। ਲੋਕ ਹੁਣ, ਮੈਨੂੰ ਲੱਗਦਾ ਹੈ ਕਿ ਪਿੰਡਾਂ 'ਚ ਕਿਸਾਨ ਮੋਰਚੇ ਦੇ ਕਹਿਣ ਤੇ, ਜਿੱਦਾਂ ਉਹਨਾਂ ਕਿਹਾ ਸੀ, ਕਮੇਟੀਆਂ ਬਣਾ ਲਓ, ਤੇ ਕਮੇਟੀਆਂ ਜਿਹੜੀਆਂ ਨੇ ਉਹ ਆਏ ਲੀਡਰਾਂ ਕੋਲੋਂ ਉਹਨਾਂ ਦਾ ਰੋਡ ਮੈਪ ਪਹਿਲਾਂ ਪੁੱਛਣ ਵੀ ਉਹ ਚਾਹੁੰਦੇ ਕੀ ਨੇ, ਪੰਜਾਬ ਵਾਸਤੇ ਉਹਨਾਂ ਦਾ ਨਜ਼ਰੀਆ ਕੀ ਆ, ਉਹਨਾਂ ਦਾ IQ ਕੀ ਆ, ਕੀ ਕਰਨਾ ਚਾਹੁੰਦੇ ਆ। ਤੇ ਸੋ ਲੱਗਦਾ ਹੈ ਕਿ ਜਿਹੜੀ ਸਿਆਸੀ ਪਾਰਟੀਆਂ ਨੇ ਉਹ ਅਜੇ ਪੁਰਾਣੀ ਜਿਹੜੀ ਰੈਟ ਰੇਸ ਆ ਉਹ 'ਚ ਸ਼ਾਮਲ ਨੇ। ਉਹ ਲਗਾਤਾਰ ਵਾਅਦੇ ਤੇ ਵਾਅਦੇ ਕਰ ਰਹੀਆਂ ਨੇ, ਗਰੰਟੀਆਂ ਲਈ ਜਾ ਰਹੇ ਨੇ, ਮੁਫਤ ਚੀਜ਼ਾਂ ਵੰਡੀ ਜਾ ਰਹੇ ਨੇ, ਤੇ ਦੂਜੇ ਪਾਸੇ ਇਹ ਨਹੀਂ ਦੱਸਦੇ ਕਿ ਇਹ ਜੋ ਕੁਝ ਅਸੀਂ ਅਨਾਉਂਸ ਕਰ ਰਹੇ ਹਾਂ ਲਗਾਤਾਰ, ਇਹਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਾਡੇ ਕੋਲ ਰਿਸੋਰਸਿਸ ਕਿਹੜੇ ਨੇ, ਕਿਸ ਤਰੀਕੇ ਨਾਲ ਇਹ ਚੀਜ਼ਾਂ ਜਿਹੜੀਆਂ ਕਰਾਂਗੇ। ਇਹੋ ਕੰਮ ਕੇਜਰੀਵਾਲ ਜੀ ਕਰ ਰਹੇ ਆ, ਇਹੀ ਕੰਮ ਚੰਨੀ ਜੀ ਕਰ ਰਹੇ ਆ, ਤੇ ਮਗਰ ਸੁਖਬੀਰ ਬਾਦਲ ਜੀ ਵੀ ਪਿੱਛੇ ਨਹੀਂ ਰਹਿੰਦੇ। ਹਾਲਾਂਕਿ ਉਹਨਾਂ ਦੀ ਗਵਾਚੀ ਜ਼ਮੀਨ ਮੁਸ਼ਕਲ ਹੈ ਕਿ ਵਾਪਸ ਉਹਨਾਂ ਨੂੰ ਲੱਭ ਸਕੇ, ਜਿੱਦਾਂ ਦੇ ਹਾਲਾਤ ਅਜੇ ਉਹਨਾਂ ਦੀ ਪਾਰਟੀ ਦੇ ਬਣੇ ਹੋਏ ਆ। ਤੇ ਰਹਿੰਦੀ ਕਸਰ ਹੁਣ ਇਹ ਹੋ ਗਈ ਕਿ ਜਿਵੇਂ ਸੁਖਬੀਰ ਬਾਦਲ ਦਾ ਵੀ ਬਿਆਨ ਆਇਆ ਤੇ ਜਥੇਦਾਰ ਅਕਾਲ ਤਖਤ ਦਾ ਵੀ, ਉੱਤੇ ਵੀ ਆਪਾਂ ਚਰਚਾ ਕਰਨੀ ਆ ਕਿ ਜਥੇਦਾਰ ਦਾ ਬਿਆਨ ਇਸ ਇਸ਼ੂ ਤੇ ਆਉਣਾ ਜਾਇਜ਼ ਹੈ ਜਾਂ ਨਹੀਂ। ਪਰ ਬਿਆਨ ਇਹ ਆਇਆ ਕਿ ਪੁਰਾਤਨ ਸਮਿਆਂ ਦੀ ਤਰ੍ਹਾਂ ਜਿੱਦਾਂ ਮੁਗਲ ਕਰਦੇ ਹੁੰਦੇ ਸੀ ਕਿ ਇੱਕ ਪਾਸੇ ਮੌਤ ਹੈ, ਮੌਤ ਚਾਹੀਦੀ ਆ, ਜਾਂ ਫਿਰ ਸਰਕਾਰੀ ਸਨਮਾਨ ਚਾਹੀਦੇ ਆ। ਤੇ ਆਪਣੇ ਸਿਰਸਾ ਸਾਹਿਬ ਕੋਲੋਂ ਵੀ ਇਹੀ ਸਵਾਲ ਸੀਗਾ ਕਿ ਜਾਂ ਤਾਂ ਜੇਲ੍ਹ ਹੈ ਤੇ ਜਾਂ ਪਾਰਟੀ 'ਚ ਸ਼ਾਮਲ ਹੋ ਜਾਓ, ਤੇ ਉਹਨਾਂ ਨੇ ਪਾਰਟੀ ਸ਼ਾਮਲ ਹੋਣਾ ਜਿਹੜਾ ਉਹ ਮੰਨ ਲਿਆ। ਇਹ ਸੁਖਬੀਰ ਬਾਦਲ ਨੇ ਕਿਹਾ ਕਿ ਮੇਰੇ ਨਾਲ ਕੁਝ ਦਿਨ ਪਹਿਲਾਂ ਉਹਨਾਂ ਗੱਲ ਕੀਤੀ ਤੇ ਉਹਨਾਂ ਤੇ ਬਹੁਤ ਵੱਡਾ ਪ੍ਰੈਸ਼ਰ ਸੀ, ਤੇ ਉਹ ਪ੍ਰੈਸ਼ਰ ਜਿਹੜਾ ਉਹਨੂੰ ਉਹ ਮਤਲਬ ਉਹਨੂੰ ਝੱਲ ਨਹੀਂ ਪਾਏ, ਤੇ ਉਹ ਆਖਰਕਾਰ BJP ਦੇ ਅੱਗੇ ਗੋਡੇ ਟੇਕ ਗਏ। ਤੁਹਾਨੂੰ ਕੀ ਲੱਗਦਾ ਹੈ ਕਿ ਜੇ ਇਸ ਨੀਤੀ ਤੇ ਆ ਕੇ BJP ਕਰਨਾ ਸ਼ੁਰੂ ਕਰ ਦੇਗੀ ਕੰਮ, ਤੇ ਫਿਰ ਬਹੁਤ ਸਾਰੇ ਯਾਲੀ ਹਰਾਂ ਦੇ ਉੱਤੇ ਚੱਕਰ ਪਿਆ, ਹੋਰ ਬਹੁਤ ਸਾਰੇ ਲੀਡਰ ਨੇ, ਕੀ ਇਸ ਤਰ੍ਹਾਂ ਦਬਾਅ ਨਾਲ ਵੀ ਪੋਲੀਟੀਕਲ ਪਾਰਟੀਆਂ ਕੁਝ ਉਸਾਰ ਸਕਦੀਆਂ ਨੇ? ਦੇਖੋ ਜੀ, ਇਹਦੇ ਨਾਲ ਜਿਹੜੇ ਸੰਬੰਧਿਤ ਵਿਅਕਤੀ ਆ ਨਾ, ਜਿਨ੍ਹਾਂ ਦੇ ਤੁਸੀਂ ਨਾਂ ਲਏ ਆ ਕਿ ਸਿਰਸਾ ਸਾਹਿਬ ਦੇ ਉੱਤੇ ਕੋਈ ਕੇਸ ਸੀਗਾ ਜਾਂ ਅਜਾਲੀ ਹੋਰਾਂ ਦੇ ਉੱਤੇ ਕੋਈ ਕੇਸ ਆ, ਤੇ ਉਹ ਉਹਨਾਂ ਦਾ ਦਬਾਅ ਪਾ ਕੇ ਉਹਨਾਂ ਨੂੰ ਡਰਾ ਕੇ ਆਪਣੇ 'ਚ ਸ਼ਾਮਲ ਕਰ ਲੈਣਗੇ। ਮੇਰਾ ਖਿਆਲ ਇਹ ਆ ਵੀ ਉਹਨਾਂ ਦਾ ਤਾਂ ਕੁਝ ਪ੍ਰੈਸ਼ਰ ਘਟ ਸਕਦਾ ਹੈ, ਜਿੱਦਾਂ ਸਿਰਸਾ ਸਾਹਿਬ ਦਾ ਵੀ ਘਟ ਗਿਆ ਹੋਊਗਾ ਤੇ ਅਜਾਲੀ ਸਾਹਿਬ ਦਾ ਵੀ ਘਟ ਜਾਏਗਾ, ਪਰ ਉਹਦੇ ਨਾਲ ਗਿੱਲ ਸਾਹਿਬ ਲੋਕਾਂ ਦਾ ਕੁਝ ਨਹੀਂ ਸੌਰਨਾ।
ਤੇ ਮੈਨੂੰ ਲੱਗਦਾ ਇਹ ਆ ਵੀ ਬੀਜੇਪੀ ਦਾ ਵੀ ਕੋਈ ਫਾਇਦਾ ਹੋਣ ਵਾਲਾ ਇਹਦੇ ਨਾਲ ਨਹੀਂ ਹੈ। ਹੁਣ ਤਾਂ ਤੁਹਾਨੂੰ ਇੱਕ ਹੋਰ ਵੀ ਅਫਵਾਹ ਜਿਹੜੀ ਉਹ ਸੁਣਨ ਨੂੰ ਮਿਲ ਗਈ ਹੋਣੀ ਆ ਵੀ ਭਗਵੰਤ ਮਾਨ ਨੂੰ ਵੀ ਬੀਜੇਪੀ ਜਿਹੜੀ ਆ ਉਹ ਡੋਰੇ ਪਾ ਰਹੀ ਆ। ਸੋ ਇਸ ਤਰੀਕੇ ਨਾਲ ਭਗਵੰਤ ਮਾਨ ਵਾਲਾ ਇਸ਼ੂ ਤਾਂ ਨਹੀਂ ਆਪਾਂ ਡਿਸਕਸ ਕਰਦੇ, ਜਿਹੜੀ ਆਪਾਂ ਨੂੰ ਅਜੇ ਕੋਈ ਉਹਦੀ ਅਥੈਂਟਿਕ ਜਾਣਕਾਰੀ ਜਿੰਨਾ ਚਿਰ ਨਹੀਂ ਮਿਲਦੀ। ਪਰੰਤੂ ਇਹ ਜਿਹੜੇ ਤੁਸੀਂ ਦੱਸੇ ਆ ਦੋ ਲੀਡਰ, ਜਾਂ ਇਸ ਕਿਸਮ ਦੇ ਕੋਈ ਗਿੱਲ ਸਾਹਿਬ ਹੋਰ ਵੀ ਲੀਡਰ ਹੋਣਗੇ, ਤਾਂ ਉਹਦੇ ਨਾਲ ਮੈਨੂੰ ਲੱਗਦਾ ਇਹ ਆ ਕਿ ਸੰਬੰਧਿਤ ਲੀਡਰ ਜਿਹੜੇ ਆ ਉਹਨਾਂ ਤੇ ਦਬਾਅ ਘਟ ਜਾਏਗਾ। ਨਾ ਉਹਦਾ ਲੋਕਾਂ ਨੂੰ ਕੋਈ ਫਾਇਦਾ ਹੋਊਗਾ, ਨਾ ਹੀ ਉਹਦਾ ਬੀਜੇਪੀ ਪਾਰਟੀ ਨੂੰ ਵੀ ਕੋਈ ਫਾਇਦਾ ਹੋਊਗਾ। ਕਿਉਂਕਿ ਇਹ ਜਦੋਂ ਸਾਰੇ ਲੋਕਾਂ ਨੂੰ ਪਤਾ ਵੀ ਇਹਨਾਂ ਨੇ ਬੇਈਮਾਨੀਆਂ ਕੀਤੀਆਂ ਆ, ਹੇਰਾਫੇਰੀਆਂ ਕੀਤੀਆਂ ਆ, ਠੱਗੀਆਂ ਮਾਰੀਆਂ ਆ, ਤੇ ਇਹ ਹੇਰਾਫੇਰੀ ਬਾਜ਼ ਨੇ ਜਾਂ ਇੱਕ ਯਾਨੀ ਕੋਈ ਚੰਗੀ ਜਿਹੜੀ ਸਾਖ ਵਾਲੇ ਲੀਡਰ ਨਹੀਂਗੇ। ਤੇ ਇਹ ਹੁਣ ਇੱਕ ਗੱਲ ਤਾਂ ਇਹ ਹੋਈ ਇਹਨਾਂ ਦੀ ਕੋਈ ਸਾਖ ਨਹੀਂ ਹੈ। ਦੂਜੀ ਗੱਲ ਕਿ ਇਹ ਡਰਦੇ ਮਾਰੇ ਬੀਜੇਪੀ 'ਚ ਸ਼ਾਮਲ ਹੋ ਗਏ। ਸੋ ਲੋਕ ਇਹਨਾਂ ਨੂੰ ਕਿਸੇ ਤਰ੍ਹਾਂ ਵੀ ਮੂੰਹ ਨਹੀਂ ਲਾਉਣਗੇ। ਸੋ ਇਸ ਕਰਕੇ ਇਹਦਾ ਫਾਇਦਾ ਜਿਹੜਾ ਆ ਉਹ ਸੰਬੰਧਿਤ ਵਿਅਕਤੀ ਨੂੰ ਹੀ ਹੋਏਗਾ, ਨਾ ਲੋਕਾਂ ਨੂੰ ਹੋਏਗਾ, ਨਾ ਪਾਰਟੀ ਨੂੰ ਹੋਏਗਾ। ਖਾਸ ਕਰਕੇ ਬਦਲੇ ਹਾਲਾਤਾਂ 'ਚ ਆਪਾਂ ਉਮੀਦ ਕਰ ਸਕਦੇ ਹਾਂ। ਵੈਸੇ ਕਾਲੋ ਸਾਹਿਬ, ਸਾਡੇ ਲੋਕਾਂ ਨੂੰ ਬਹੁਤ ਦੇਰ ਤੋਂ ਪਤਾ ਹੈ ਕਿ ਸਾਡੇ ਲੀਡਰ ਸਾਡੇ ਨਾਲ ਕੀ ਕਰਦੇ ਨੇ, ਪਰ ਜਿਹੜੇ ਉਹ ਅਖੀਰਲੇ ਦਿਨ ਹੁੰਦੇ ਆ ਨਾ 4-5 ਇਲੈਕਸ਼ਨ ਦਾ, ਜਿਹੜਾ ਪੂਰਾ ਮੋਰਚਾ ਭਖਿਆ ਹੁੰਦਾ, ਉਦੋਂ ਸਾਰੇ ਉਸ ਵੇਗ 'ਚ ਵਹਿ ਜਾਂਦੇ ਆ ਔਰ ਫਿਰ ਉਹਨਾਂ ਨੂੰ ਪੁਰਾਣੀਆਂ ਨਿੱਕੀਆਂ ਚੀਜ਼ਾਂ ਯਾਦ ਆਉਂਦੀਆਂ ਕਿ ਫਲਾਣਾ ਮੇਰਾ ਦੋਸਤ ਹੈ, ਫਲਾਣਾ ਮੇਰਾ ਰਿਸ਼ਤੇਦਾਰ ਹੈ, ਉਹਦੇ ਕਹਿਣ ਤੇ ਜਾਣਾ, ਬਹੁਤ ਕੁਝ ਉੱਥੇ ਵੀ ਤੇ ਇੱਥੇ ਵੀ ਸਭ ਕੁਝ ਚੱਲਦਾ। ਤੇ ਜੇਕਰ ਲੋਕਾਂ ਦਾ ਚੇਤਨਾ ਪੱਧਰ ਰਿਹਾ ਇਸੇ ਤਰ੍ਹਾਂ ਹੀ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿਹਦੀ ਉਮੀਦ ਬੱਝੀ ਹੋਈ ਆ, ਫਿਰ ਤਾਂ ਕੋਈ ਚੰਗੇ ਲੋਕ ਅੱਗੇ ਆਉਣ ਦੀ ਸੰਭਾਵਨਾ ਹੈ। ਨਹੀਂ ਤਾਂ ਫਿਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਜੋ ਵਾਅਦੇ ਕਰ ਰਹੀਆਂ ਨੇ, ਤੇ ਆ ਵੀ ਫ੍ਰੀ ਕਰ ਦਾਂਗੇ, ਇੰਨੇ ਪੈਸੇ ਕੁੜੀਆਂ ਨੂੰ ਦੇ ਦਾਂਗੇ, ਇੰਨੇ ਪੈਸੇ ਔਰਤਾਂ ਨੂੰ ਦੇ ਦਾਂਗੇ, ਜਿੱਦਾਂ ਦੇ ਜਾਂਦੇ ਕੈਪਟਨ ਸਾਹਿਬ ਕਰ ਗਏ ਕਿ ਬੱਸਾਂ ਤੇ ਫ੍ਰੀ 'ਚ ਸਫ਼ਰ ਹੋਣਗਾ ਜੀ ਔਰਤਾਂ ਦਾ, ਹੁਣ 1000 ਰੁਪਈਆ ਮਹੀਨੇ ਦਾ ਕੇਜਰੀਵਾਲ ਹੋਰਾਂ ਨੇ ਕਹਿ ਦਿੱਤਾ। ਪਰ ਉਹ ਦੇਣਾ ਕਿੱਥੋਂ ਤੇ ਕਿਉਂ ਦੇਣਾ ਆ? ਪਹਿਲੀ ਗੱਲ ਤੇ ਇਹ ਆ ਵੀ ਔਰਤਾਂ ਨੂੰ ਕਿਉਂ ਦੇਣਾ? ਸਾਡੀਆਂ ਔਰਤਾਂ 'ਚ ਕੀ ਕਮਜ਼ੋਰੀ ਆ ਕਿ ਉਹਨਾਂ ਨੂੰ ਘਰ ਬੈਠੀਆਂ ਨੂੰ 1000 ਰੁਪਈਆ ਬਿਨਾਂ ਵਜ੍ਹਾ ਦੇਣ? ਉਹਨਾਂ ਨੂੰ ਚੰਗੀ ਐਜੂਕੇਸ਼ਨ ਦੇਣ, ਉਹਨਾਂ ਵਾਸਤੇ ਕੋਈ ਹੋਰ ਨੌਕਰੀਆਂ ਦੇ ਰਾਹ ਖੋਲ੍ਹਣ। ਬੱਚੇ ਤੇ ਸਾਡੇ ਸੜਕਾਂ ਤੇ ਭੁੱਖ ਹੜਤਾਲਾਂ ਕਰ ਰਹੇ ਆ, ਟੈਂਕੀਆਂ 'ਤੇ ਚੜ੍ਹ ਰਹੇ ਆ। ਹਾਲਾਂਕਿ ਮੈਂ ਜਿਹੜਾ ਉਹ ਟੈਂਕੀਆਂ 'ਤੇ ਚੜ੍ਹਨ ਵਾਲਾ ਵਿਹਾਰ ਬਣ ਗਿਆ ਵਾ, ਉਹ ਬਿਲਕੁਲ ਉੱਦਾਂ ਦਾ ਹੀ ਹੈ ਜਿੱਦਾਂ ਦਾ ਕਿਸਾਨ ਖੁਦਕਸ਼ੀਆਂ ਵਾਲਾ, ਜਿਹਨੂੰ ਅਸੀਂ ਸਪੋਰਟ ਨਹੀਂ ਕਰਦੇ ਕਿ ਇੱਦਾਂ ਕਰਕੇ ਵੀ ਆਪਣੀਆਂ ਮੰਗਾਂ ਮਨਾਈਆਂ ਜਾਣ। ਹਾਂ, ਕਿਸਾਨ ਲੀਡਰਸ਼ਿਪ ਨੇ ਦੱਸਿਆ ਕਿ ਅੰਦੋਲਨ ਕਰੀਦੇ ਕਿੱਦਾਂ ਨੇ, ਉਸ ਤਰ੍ਹਾਂ ਦੇ ਅੰਦੋਲਨ ਲੜਨੇ ਚਾਹੀਦੇ ਆ। ਬਿਲਕੁਲ ਇਹ ਸਹੀ ਆ ਜੀ। ਦੇਖੋ, ਮੈਂ ਨਿੱਜੀ ਤੌਰ ਤੇ ਜੋ ਮਹਿਸੂਸ ਕਰਦਾ ਆ ਉਹ ਇਹ ਆ ਕਿ ਚੋਣਾਂ ਹੋਣੀਆਂ ਆ ਅਜੇ 2-2.5 ਮਹੀਨਿਆਂ ਨੂੰ, ਤੇ ਅਜੇ ਅਸੀਂ ਕਿਆਸ ਰਾਈ ਲਾ ਸਕਦੇ ਹਾਂ, ਪੱਕਾ ਨਹੀਂ ਕੁਝ ਕਹਿ ਸਕਦੇ। ਕਿਸਾਨ ਮੰਗਾਂ ਜਿਹੜੀਆਂ ਆ, ਜਿਵੇਂ ਹੁਣ ਸਰਕਾਰ ਜਿਹੜੀ ਆ ਉਹ ਤਰਕ ਸੰਗਤ ਕੁਝ ਹੋਈ ਆ, ਦਬਾਅ ਹੇਠ ਹੀ ਹੋਈ ਆ ਉੱਦਾਂ ਤਾਂ, ਤੇ ਉਹਦੀ ਪਾਰਟੀ ਦੀ ਤੇ ਬੀਜੇਪੀ ਦੀ ਇਹ ਜ਼ਰੂਰਤ ਆ ਹੁਣ ਕਿ ਉਹ ਇਸ ਸਾਲ ਦੇ ਵਿੱਚ ਯਾਨੀ ਕਿ ਦਸੰਬਰ ਮਹੀਨੇ ਦੇ ਵਿੱਚ ਸਾਰਾ ਕੁਝ ਜਿਹੜਾ ਉਹ ਨਿਬੇੜ ਲੈਣ, ਕਿਸੇ ਸਿਰੇ ਲਾ ਲੈਣ, ਤੇ ਫਿਰ ਇਹ ਕਹਿਣ ਜੋਗੇ ਹੋਣ ਭਈ ਦੇਖੋ ਜੀ ਅਸੀਂ ਕਿਸਾਨਾਂ ਦੇ ਬੜੇ ਹਿਤੈਸ਼ੀ ਆ, ਲੋਕਾਂ ਦੇ ਬੜੇ ਹਿਤੈਸ਼ੀ ਆ, ਅਸੀਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ। ਤੇ ਉਹ ਆਪਣੇ ਜਿਹੜਾ ਉਹਨਾਂ ਦਾ ਚੋਣ ਪ੍ਰਚਾਰ ਉਹਨਾਂ ਨੇ ਕਰਨਾ, ਉਹਦੇ ਵਿੱਚ ਇਸ ਗੱਲ ਨੂੰ ਵਰਤ ਸਕਣ। ਮੇਰਾ ਖਿਆਲ ਇਹ ਆ, ਯਾਨੀ ਮੇਰਾ ਨਿੱਜੀ ਵਿਚਾਰ ਆ ਕਿ ਇਹ ਕੁਝ ਦਿਨਾਂ ਦੇ ਵਿੱਚ ਜਿਹੜਾ ਨਾ ਸਿਲਸਿਲਾ ਇਹ ਮੁੱਕ ਜਾਏਗਾ। ਤੇ ਜਦੋਂ ਗਿੱਲ ਸਾਹਿਬ, ਅਸੀਂ ਪੰਜਾਬ ਦੀ ਕਿਉਂਕਿ ਗੱਲ ਕਰ ਰਹੇ ਹਾਂ, ਜਦੋਂ ਕਿਸਾਨ ਮੋਰਚਾ ਪੰਜਾਬ 'ਚ ਵਾਪਸ ਆ ਜਾਏਗਾ, ਹਾਲਾਂਕਿ ਅਜੇ ਤਾਂ ਕਿਸਾਨ ਜਿਹੜੇ ਲੀਡਰ ਆ, ਕਿਸਾਨ ਲੀਡਰਸ਼ਿਪ ਆ, ਉਹ ਦਿੱਲੀ ਬੈਠੇ ਕਹਿ ਰਹੇ ਸੀਗੇ ਨਾ ਕਿ ਬਈ ਤੁਸੀਂ ਪਿੰਡਾਂ ਦੇ ਵਿੱਚ 20 ਮੈਂਬਰੀਆਂ, 15 ਮੈਂਬਰੀਆਂ, ਜਿੰਨੀਆਂ ਵੀ ਮੈਂਬਰੀਆਂ ਕਮੇਟੀਆਂ ਬਣਾਓ, ਤੇ ਜਿਹੜੇ ਪ੍ਰਚਾਰ ਕਰਨ ਆਉਂਦੇ ਨੇ ਪੋਲੀਟੀਕਲ ਪਾਰਟੀਆਂ ਦੇ ਨੇਤਾ ਜਾਂ ਨੁਮਾਇੰਦੇ, ਉਹਨਾਂ ਨੂੰ ਤੁਸੀਂ ਇਹ ਸਵਾਲ ਪੁੱਛੋ। ਤੇ ਬਾਕੀ ਉਹਨਾਂ ਨੇ ਸਵਾਲ ਪੁੱਛਣ ਦਾ ਤਰੀਕਾਕਾਰ ਵੀ ਦੱਸਿਆ ਬਈ ਕਿਸੇ ਨਾਲ ਕੋਈ ਮੰਦਾ ਨਹੀਂ ਬੋਲਣਾ, ਕੋਈ ਮਾੜਾ ਨਹੀਂ ਬੋਲਣਾ, ਕੋਈ ਲੜਾਈ ਝਗੜਾ ਨਹੀਂ ਕਰਨਾ। ਤੇ ਗਿੱਲ ਸਾਹਿਬ ਉਹਨਾਂ ਦੇ ਉੱਥੇ ਬੈਠਿਆਂ ਤੇ ਤੁਹਾਨੂੰ ਪਤਾ ਆ ਕਿ ਪੰਜਾਬ ਦੇ ਵਿੱਚ ਲਗਭਗ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਜਿਨ੍ਹਾਂ ਨੇ ਪ੍ਰਚਾਰ ਸ਼ੁਰੂ ਕਰਤਾ ਸੀਗਾ, ਉਹਨਾਂ ਨੂੰ ਫਿਰ ਆਪਣੀ ਮੁਹਿੰਮ ਜਿਹੜੀ ਆ ਉਹ ਪੋਸਟਪੋਨ ਕਰਨੀ ਪਈ ਸੀਗੀ। ਆਪਾਂ ਨੂੰ ਸਾਰਿਆਂ ਨੂੰ ਇਹ ਪਤਾ ਇਸ ਗੱਲ ਦਾ। ਉਹਦਾ ਕਾਰਨ ਇਹੀ ਸੀਗਾ ਕਿ ਕਿਸਾਨਾਂ ਦੇ ਦਿੱਤੇ ਹੋਏ ਸੱਦੇ ਦੇ ਉੱਤੇ ਲੋਕ ਜਿਹੜੇ ਆ ਉਹ
ਪੋਲੀਟੀਕਲ ਪਾਰਟੀਆਂ ਵਾਲਿਆਂ ਨੂੰ, ਰਾਜਸੀ ਪਾਰਟੀਆਂ ਦੇ ਲੀਡਰਾਂ ਨੂੰ ਸਵਾਲ ਕਰਦੇ ਸੀਗੇ। ਤੇ ਜਦੋਂ ਗਿੱਲ ਸਾਹਿਬ ਇਹ ਉੱਥੇ ਜਾ ਕੇ ਵਿਚਰਨਗੇ, ਇਹ ਜਦੋਂ ਸਾਰਾ ਪੰਜਾਬ ਜਿਹੜਾ ਉਹਨੂੰ ਵੰਡ ਕੇ ਲੀਡਰ ਸਾਂਭ ਲੈਣਗੇ ਤੇ ਆਪਣੇ ਆਪਣੇ ਇਲਾਕੇ ਦੇ ਵਿੱਚ ਕਿੱਥੇ ਤਾਂ ਜਿਹੜੇ ਕਮੇਟੀ ਮੈਂਬਰ ਸੀਗੇ ਪਿੰਡਾਂ ਦੇ, ਉਹਨਾਂ ਨੇ ਸਵਾਲ ਕਰਨੇ ਸੀਗੇ। ਹੁਣ ਜਿਹੜੇ ਟ੍ਰੇਨਡ ਵਲੰਟੀਅਰ ਨੇ, ਜਿਹੜੇ ਸਾਲ-ਸਾਲ ਦਿੱਲੀ ਦੇ ਬਾਰਡਰਾਂ ਤੇ ਰਹੇ ਆ, ਉਹ ਤੇ ਲੀਡਰਸ਼ਿਪ ਜਦੋਂ ਪੰਜਾਬ 'ਚ ਵਾਪਸ ਜਾਏਗੀ ਤਾਂ ਮੇਰਾ ਖਿਆਲ ਇਹ ਆ ਕਿ ਜ਼ਰੂਰ, ਭਾਵੇਂ ਕਿ ਤੁਹਾਡੀ ਗੱਲ ਕੁਝ ਹੱਦ ਤੱਕ ਠੀਕ ਆ ਕਿ ਵਿਕਣ ਵਾਲੀ ਪ੍ਰਵਿਰਤੀ ਵੀ ਨਹੀਂ ਮੁੱਕੀ ਅਜੇ, ਨਸ਼ਿਆਂ ਵਾਲੀ ਪ੍ਰਵਿਰਤੀ ਵੀ ਨਹੀਂ ਮੁੱਕੀ, ਖਾ ਲਓ ਪੀ ਲਓ ਪੈਸੇ ਲੈ ਲਓ, ਪਰ ਇੱਕ ਗੱਲ ਤਾਂ ਹੁਣ ਗਿੱਲ ਸਾਹਿਬ ਪੱਕੀ ਆ ਨਾ ਕਿ ਇਸ ਵੇਲੇ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਆ, ਉਹ ਚੋਣ ਦੀ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਇਹ ਸਾਬਤ ਕਰਨ ਦਾ ਯਤਨ ਕਰਦੀ ਆ ਕਿ ਕਿਸਾਨ ਮੋਰਚੇ ਦੇ, ਕਿਸਾਨਾਂ ਦੇ ਹਮਾਇਤੀ ਸਾਡੀ ਪਾਰਟੀ ਆ। ਮਤਲਬ ਕਿ ਉਹ ਹਮਾਇਤੀ ਨਹੀਂ, ਨਾ ਹੀ ਹਮਾਇਤੀ ਪਾਰਟੀਆਂ ਉਹ ਰਹੀਆਂ ਨੇ। ਜੇ ਹਮਾਇਤੀ ਹੁੰਦੀਆਂ ਤਾਂ ਕਿਸਾਨਾਂ ਦੇ ਮਸਲੇ ਹੀ ਨਾ ਪੈਦਾ ਹੁੰਦੇ। ਹੁਣ ਹਮਾਇਤੀ ਉਹ ਕਿਉਂ ਨੇ? ਕਿਉਂਕਿ ਕਿਸਾਨ ਮੋਰਚੇ ਨੇ ਜੋ ਸਾਬਤ ਕੀਤਾ ਸੰਘਰਸ਼ ਦੇ ਵਿੱਚ, ਜੋ ਕੁਰਬਾਨੀਆਂ ਦਿੱਤੀਆਂ, ਜੋ ਲਹੂ ਵੀਟਵਾਂ ਸੰਘਰਸ਼ ਉਹਨਾਂ ਨੇ ਕੀਤਾ ਆ, ਉਹਦੇ ਕਰਕੇ ਹਰ ਪੋਲੀਟੀਕਲ ਪਾਰਟੀ ਜਿਹੜੀ ਆ ਉਹ ਮਜਬੂਰ ਹੋਈ ਆ। ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਜਿਹੜੀ ਆ ਉਹ ਹੁਣ ਇੱਥੋਂ ਗੱਲ ਸ਼ੁਰੂ ਕਰਦੀ ਆ ਕਿ ਅਸੀਂ ਕਿਸਾਨਾਂ ਲਈ ਇਹ ਕੀਤਾ, ਅਸੀਂ ਕਿਸਾਨਾਂ ਲਈ ਇਹ ਕਰਾਂਗੇ। ਸੋ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਮੇਰੀ ਨਿੱਜੀ ਸਮਝ ਇਹ ਹੈਗੀ ਆ, ਜਿੰਨਾ ਕਿ ਮੈਨੂੰ ਪੰਜਾਬ ਦੀ ਸਿਆਸਤ ਦਾ, ਪੰਜਾਬ ਦੇ ਲੋਕਾਂ ਦਾ ਪਤਾ ਆ, ਕਿ ਪੂਰੀ ਤਰ੍ਹਾਂ ਭਾਵੇਂ ਨਹੀਂ ਪਰ ਕਾਫੀ ਹੱਦ ਤੱਕ ਕਿਸਾਨ ਮੋਰਚੇ ਦਾ ਦਿੱਤੇ ਹੋਏ ਸੱਦੇ ਜਿਹੜੇ ਆ ਕਿ ਚੰਗੇ ਲੋਕਾਂ ਨੂੰ ਚੁਣੋ, ਠੀਕ ਲੋਕਾਂ ਨੂੰ ਚੁਣੋ, ਇਹਨਾਂ ਨੂੰ ਸਵਾਲ ਕਰੋ, ਇਹ ਮੇਰਾ ਖਿਆਲ ਇਹ ਆ ਗਿੱਲ ਸਾਹਿਬ, ਇਹ ਜਾਗਰਤੀ ਜਿਹੜੀ ਆ ਉਹਦਾ ਇੱਕ ਪਰਤੋ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਆ ਕਿ ਹਰ ਪਾਰਟੀ ਜਿਹੜੀ ਆ ਉਹ ਕਿਸਾਨ ਜਿਹੜੇ ਇਸ਼ੂ ਆ ਉਹਨਾਂ ਤੋਂ ਗੱਲ ਸ਼ੁਰੂ ਕਰਦੀ ਆ। ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ, ਅਜੇ ਤਾਂ ਹਿਪੋਥੀਸਿਸ ਹੀ ਆਪਾਂ ਕਹਿ ਸਕਦੇ ਹਾਂ, ਪਰ ਇਹ ਹਕੀਕਤ ਦੇ ਵਿੱਚ ਵੀ ਬਦਲ ਸਕਦਾ ਹੈ। ਬਿਲਕੁਲ ਠੀਕ ਹੈ ਜੀ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਕਿਸਾਨਾਂ ਦੀ ਗੱਲ ਜ਼ਰੂਰ ਕਰਦੇ ਆ, ਪਰ ਜਿਹੜਾ ਉਹਨਾਂ ਦੇ ਤੌਰ ਤਰੀਕੇ ਆ ਨਾ ਕਾਲੋ ਸਾਹਿਬ, ਉਹਨਾਂ 'ਚ ਕੋਈ ਬਹੁਤਾ ਬਦਲਾਅ ਨਹੀਂ ਆਇਆ। ਤੁਸੀਂ ਕੇਜਰੀਵਾਲ ਰਾਂ ਨੂੰ ਹੀ ਲੈ ਲਓ। ਕੇਜਰੀਵਾਲ ਸਾਹਿਬ ਨੇ ਹੁਣ ਪੰਜਾਬ 'ਚ ਆ ਕੇ ਐਲਾਨ ਕਰ ਦਿੱਤਾ ਜੀ ਕਿ ਸਾਡੀ ਸਰਕਾਰ ਬਣੀ ਤੇ ਗਰੰਟੀ ਉਹ ਦੇਈ ਜਾਂਦੇ। 3 ਪਹਿਲਾਂ ਦੇ ਗਏ ਨੇ ਤੇ 2 ਗਰੰਟੀਆਂ ਉਹਨਾਂ ਨਵੀਆਂ ਦੇ ਦਿੱਤੀਆਂ ਕਿ ਇੱਕ ਤਾਂ ਐਜੂਕੇਸ਼ਨ ਸਾਰੇ ਬੱਚਿਆਂ ਨੂੰ ਫ੍ਰੀ ਦੇਵਾਂਗੇ, ਤੇ ਦੂਜਾ ਉਹਨਾਂ ਨੇ ਕਹਿਤਾ ਕਿ ਜਿਹੜਾ ਵੀ ਕੋਈ ਪੁਲਿਸ ਵਾਲਾ ਸ਼ਹੀਦ ਹੋਊਗਾ ਡਿਊਟੀ ਦੇ ਦੌਰਾਨ, ਉਹ ਜਿੱਦਾਂ ਉਹਨਾਂ ਦਿੱਲੀ 'ਚ ਕੀਤਾ, 1 ਕਰੋੜ ਰੁਪਈਆ ਉਹਦੇ ਪਰਿਵਾਰ ਨੂੰ ਅਸੀਂ ਦਿਆ ਕਰਾਂਗੇ। ਯਾਨੀ ਕਿ ਅਜੇ ਮਤਲਬ ਇਸ ਪਾਸੇ ਲੋਕਾਂ ਦਾ ਧਿਆਨ ਵੰਡਣ ਦੀ ਜਾਂ ਖਿੱਚਣ ਦੀ ਜਿਹੜੀ ਕਵਾਇਦ ਹੈ ਨਾ, ਉਹ ਲਗਾਤਾਰ ਜਿਹੜੀ ਆ ਉਹ ਜਾਰੀ ਆ। ਤੇ ਜਿਹੜੇ ਕੇਜਰੀਵਾਲ ਜੀ ਨੇ, ਉਹਨਾਂ ਤੇ ਹੋਰ ਵੀ ਤਿੱਖੇ ਸੁਰ ਕਹਿਤੇ ਨੇ। ਉਹਨਾਂ ਨੇ ਵੱਡਾ ਦਾਅਵਾ ਇਹ ਵੀ ਕੀਤਾ ਕਿ ਨਵਜੋਤ ਸਿੱਧੂ ਤੇ ਸਾਡੇ ਕੋਲ ਆਉਣਾ ਚਾਹੁੰਦੇ ਸੀ ਆਮ ਪਾਰਟੀ 'ਚ, ਤੇ ਇੱਥੋਂ ਤੱਕ ਕਿ ਸੁਨੀਲ ਜਾਖੜ ਵੀ ਪਾਰਟੀ ਛੱਡ ਸਕਦੇ ਨੇ। ਤੇ ਨਵਜੋਤ ਸਿੱਧੂ ਤੇ ਕਾਫੀ ਆਂਦੇ ਆ ਵੀ ਉਹ ਲਾਲ ਪੀਲੇ ਹੋਏ ਕੇਜਰੀਵਾਲ ਤੇ ਕਿ ਹੁਣ ਮੈਂ ਇਹਦੇ ਨਾਲ ਸਿੱਧੀ ਤਰ੍ਹਾਂ ਨਿਭੜੂੰਗਾ, ਇਦਾਂ ਨਹੀਂ ਛੱਡੂੰਗਾ ਜਿੱਦਾਂ ਉਹਨਾਂ ਨੂੰ ਗੁੱਸਾ ਆਉਂਦਾ ਹੁੰਦਾ, ਤੁਹਾਨੂੰ ਪਤਾ ਜੋ ਕਹਿੰਦੇ ਆ। ਤੇ ਕਾਫੀ ਜ਼ਿਆਦਾ ਤਕਰਾਰ ਇਹਨਾਂ ਚੀਜ਼ਾਂ ਤੇ ਵਧਿਆ ਹੋਇਆ। ਇੱਕ ਪਾਸੇ ਪਿਛਲੇ 3-4 ਦਿਨਾਂ ਤੋਂ ਆਪਾਂ ਗੱਲ ਨਹੀਂ ਕੀਤੀ, ਪ੍ਰਗਟ ਸਿੰਘ ਹਰਾਂ ਦਾ ਤੇ ਸਿਸੋਦੀਆ ਹਰਾਂ ਦਾ ਆਪੋ 'ਚ ਮੈਚ ਪਿਆ ਹੋਇਆ ਸਕੂਲਾਂ ਦੀ ਐਜੂਕੇਸ਼ਨ ਨੂੰ ਲੈ ਕੇ। ਦੂਜੇ ਪਾਸੇ ਕੇਜਰੀਵਾਲ ਦਾ ਚੰਨੀ ਸਾਹਿਬ ਨਾਲ ਪਿਆ ਹੋਇਆ। ਅੱਜ ਨਵਾਂ ਛਿੜ ਗਿਆ ਕੰਮ ਕਿ ਜਾਖੜ ਵੀ ਪਾਰਟੀ ਛੱਡ ਸਕਦਾ ਤੇ ਸਿੱਧੂ ਆਉਣਾ ਚਾਹੁੰਦਾ ਬੀਜੇਪੀ 'ਚ, ਯਾਨੀ ਕਿ ਅਸੀਂ ਨਹੀਂ ਲਿਆ, ਉਹ ਤੇ ਆਉਣਾ ਚਾਹੁੰਦਾ ਸੀਗਾ। ਯਾਨੀ ਕਿ ਹੁਣ ਖਲਾਰਾ ਬੜਾ ਵੱਡਾ ਪੈ ਰਿਹਾ ਪੰਜਾਬ ਦੇ ਵਿੱਚ। ਨਹੀਂ, ਆਪ ਚ ਆਉਣਾ ਚਾਹੁੰਦਾ ਹੋਣਾ ਕਿ ਹਾਂ ਆਪ ਚ ਹੀ ਕੇਜਰੀਵਾਲ ਨੇ ਕਿਹਾ ਕਿ ਆਉਣਾ ਚਾਹੁੰਦਾ ਸੀਗਾ ਉਹ। ਤੁਸੀਂ ਬੀਜੇਪੀ ਕਿਹਾ ਨਾ? ਨਹੀਂ ਸੌਰੀ, ਮੇਰੇ ਕੋਲ ਬੀਜੇਪੀ ਨਿਕਲ ਗਿਆ। ਆਪ ਵਿੱਚ ਆਉਣਾ ਚਾਹੁੰਦੇ ਸੀ, ਕੇਜਰੀਵਾਲ ਨੇ ਕਿਹਾ। ਤੇ ਜਿਹੜਾ ਤੁਸੀਂ ਇਸ਼ਾਰਾ ਕੀਤਾ ਨਾ ਭਗਵੰਤ ਮਾਨ ਵਾਲਾ, ਇਹ ਇਸ਼ਾਰਾ ਇੱਕ ਬਹੁਤ ਸੁਲਝੇ ਹੋਏ ਬੰਦਿਆਂ ਨਾਲ ਮੇਰੀ ਗੱਲ ਹੋਈ ਸੀ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਤੁਹਾਡੇ ਨਾਲ ਥੋੜੇ ਦਿਨ ਪਹਿਲਾਂ। ਉਹਨਾਂ ਨੇ ਵੀ ਮੈਨੂੰ ਦੱਸੀ ਆ ਕਿ ਭਗਵੰਤ ਮਾਨ ਦੇ ਉੱਤੇ ਬੀਜੇਪੀ ਡੋਰੇ ਪਾ ਰਹੀ ਆ ਤੇ ਪੰਜਾਬ ਦੇ ਕਿਸੇ ਵੀ ਲੀਡਰ ਕੋਲੋਂ ਕੁਝ ਵੀ ਤੁਸੀਂ ਮਤਲਬ ਹੈਰਾਨੀਕੁੰਨ ਫੈਸਲਾ ਹੁੰਦਾ ਵੇਖ ਸਕਦੇ ਹੋ। ਖਹਿਰਾ ਸਾਹਿਬ ਦਾ ਆਪਾਂ ਵੇਖ ਲਿਆ ਸੀਗਾ, ਉਸ ਤੋਂ ਬਾਅਦ ਕਈ ਕੁਝ ਹੋਇਆ। ਤੇ ਸਿਰਸੇ ਦਾ ਤੇ ਚਲੋ ਛੱਡੋ, ਉਹਨਾਂ ਦਾ ਤਾਂ ਅਸੀਂ ਕਿਸੇ ਗਿਣਤੀ 'ਚ ਉਹਨਾਂ ਨੂੰ ਬਹੁਤਾ ਗਿਣਿਆ ਨਹੀਂ ਕਦੀ ਪੰਜਾਬੀਆਂ ਨੇ, ਨਾ ਹੀ ਉਹ ਪੰਜਾਬੀ ਹੈ ਨੇ।
ਤੇ ਵਪਾਰੀ ਬੰਦੇ ਨੇ ਉਹ ਜੋ ਮਰਜ਼ੀ ਕਰਨ। ਪਰ ਜਿਹੜਾ ਜਿੱਦਾਂ ਭਗਵੰਤ ਮਾਨ ਦਾ ਇਦਾਂ ਦਾ ਕੁਝ ਅਗਰ ਹੋ ਜਾਂਦਾ ਆ, ਉਹ ਲੋਕਾਂ ਲਈ ਇੱਕ ਅਚੰਭਾ ਜ਼ਰੂਰ ਹੋਏਗਾ। ਲੋਕਾਂ ਨੂੰ ਲੱਗੇਗਾ ਕਿ ਇਹ ਬਹੁਤ ਗਲਤ ਚੀਜ਼ਾਂ ਹੋ ਰਹੀਆਂ। ਤੇ ਇੱਕ ਗੱਲ ਮੈਂ ਸਮਾਂ ਆਪਣੇ ਕੋਲ ਬਹੁਤ ਥੋੜਾ ਨਾਲ ਕਰਦਾ ਜਾਵਾਂ, ਕੰਵਰ ਸੰਧੂ ਹੋਰਾਂ ਨੇ ਆਨਲਾਈਨ ਹੋ ਕੇ ਕਹਿ ਦਿੱਤਾ ਕਿ ਉਹ ਕਿਸੇ ਪਾਰਟੀ 'ਚ ਨਹੀਂ ਜਾ ਰਹੇ, ਆਈਡੀਓਲੋਜੀ ਦੇ ਨਾਲ ਖੜੇ ਆ। ਪਰ ਆਪ ਵਾਲਿਆਂ ਦੀ ਹੁਣ ਕੋਈ ਆਈਡੀਓਲੋਜੀ ਨਹੀਂ ਰਹੀ, ਕਿਉਂਕਿ ਆਪ ਨੇ ਉਹਨਾਂ ਨੂੰ ਟਿਕਟ ਦੇਣੀ ਨਹੀਂ, 4 ਸਾਲ ਤੋਂ ਸਸਪੈਂਡ ਕੀਤਾ। ਤੇ ਉਹਨਾਂ ਕਿਹਾ ਕਿ ਮੈਂ ਇਲੈਕਸ਼ਨ ਨਹੀਂ ਲੜਾਂਗਾ। ਜੇ ਕੋਈ ਬਦਲਵਾਂ ਪ੍ਰਬੰਧ ਹੋਇਆ, ਕੋਈ ਯਾਨੀ ਕਿ ਕਿਸਾਨ ਜਥੇਬੰਦੀਆਂ ਜਾਂ ਕੁਝ ਹੋਰ ਫੋਰਮ ਬਣਦਾ ਐਸਾ, ਫਿਰ ਮੈਂ ਉਹਦੇ ਬਾਰੇ ਸੋਚ ਸਕਦਾ। ਮੈਂ ਰਵਾਇਤੀ ਪਾਰਟੀਆਂ 'ਚ ਨਹੀਂ ਜਾਵਾਂਗਾ। ਜਿਹੜੀ ਗੱਲ ਲੀਡਰਾਂ ਨੂੰ ਦੀ ਆ ਨਾ ਵੀ ਮੈਂ ਇੱਧਰ ਪਾਰਟੀ ਚਲ ਜਾ ਉੱਧਰ ਚਲ ਜਾ, ਇਹ ਕੋਈ ਨਵੀਂ ਨਹੀਂ ਗੀ ਗਿੱਲ ਸਾਹਿਬ, ਇਹ ਬਹੁਤ ਪੁਰਾਣੀ ਆ। ਔਰ ਆਮ ਆਦਮੀ ਪਾਰਟੀ, ਕਿਉਂਕਿ ਇਹ ਕੋਈ ਡੈਮੋਕ੍ਰੇਸੀ, ਵੈਸੇ ਤਾਂ ਕਿਸੇ ਪਾਰਟੀ 'ਚ ਵੀ ਇੰਟਰਨਲ ਡੈਮੋਕ੍ਰੇਸੀ ਹੈ ਨਹੀਂ ਗੀ, ਤੇ ਆਮ ਆਦਮੀ ਪਾਰਟੀ 'ਚ ਤਾਂ ਬਿਲਕੁਲ ਹੀ ਵਨ ਮੈਨ ਸ਼ੋ ਆ ਨਾ। ਔਰ ਇਹ ਕਿਉਂ ਹੋਇਆ ਹੈਗਾ, ਇਹ ਗੱਲਾਂ ਕਿਉਂ ਚੱਲੀਆਂ ਆ, ਕਿਉਂਕਿ ਮੇਰੀ ਨਿੱਜੀ ਸਮਝ ਇਹ ਆ ਬਈ ਆਮ ਆਦਮੀ ਪਾਰਟੀ ਕੋਲ ਜੋ ਕੁਝ ਇਸ ਵੇਲੇ ਲੀਡਰਸ਼ਿਪ ਹੈਗੀ ਆ ਨਾ, ਉਹਦੇ 'ਚ ਭਗਵੰਤ ਮਾਨ ਦਾ ਬਹੁਤ ਵੱਡਾ ਹੱਥ ਆ। ਭਗਵੰਤ ਮਾਨ ਆਈਡੀਅਲ ਚੀਫ ਮਿਨਿਸਟਰ ਦਾ ਕੈਂਡੀਡੇਟ ਭਾਵੇਂ ਨਾ ਬਣਦਾ ਹੋਵੇ, ਪਰੰਤੂ ਜੋ ਉਹਨਾਂ ਕੋਲ ਹੈ, ਜਿੱਦਾਂ ਕਹਿੰਦੇ ਹੁੰਦੇ ਆ ਨਾ ਵੀ ਟੂ ਚੂਜ਼ ਫਿਗਰ ਅਮੰਗ ਜ਼ੀਰੋਜ਼, ਵੀ ਜੇ ਸਿਫਰਿਆਂ ਵਿੱਚੋਂ ਹੀ ਕੋਈ ਹਿੰਸਾ ਲੱਭਣਾ ਆ ਤੇ ਉਹ ਲਾਜ਼ਮੀ ਤੌਰ ਤੇ ਆਮ ਆਦਮੀ ਪਾਰਟੀ ਕੋਲ ਜੇ ਕੋਈ ਲੀਡਰ ਪ੍ਰੋਜੈਕਟ ਹੋ ਸਕਦਾ ਹੈਗਾ, ਜਾਂ ਉਹਨਾਂ ਨੇ ਕੋਈ ਕਿਸੇ ਨੂੰ ਅਗਵਾਈ ਦੇਣੀ ਆ ਬਈ ਇਹ ਸਾਡਾ ਹੋਊਗਾ, ਅਗਵਾਈ ਕਰੇਗਾ, ਤਾਂ ਉਹ ਭਗਵੰਤ ਮਾਨ ਹੀ ਆ। ਤੇ ਉਹਨੂੰ ਇਹ ਕਿਉਂਕਿ ਬਹੁਤ ਜਲੀਲ ਕਰ ਰਹੇ ਹੈਗੇ ਆ, ਮੈਂ ਜਲੀਲ ਹੀ ਸ਼ਬਦ ਵਰਤਦਾ ਆ, ਕਿਉਂਕਿ ਉਹਨੂੰ ਕਿਤੇ ਵੀ ਕਿਸੇ ਗਿਣਤੀ 'ਚ ਨਹੀਂ ਗਿਣਦੇ, ਤੇ ਇਸ ਕਰਕੇ ਉਹਦੇ ਤੇ ਵੀ ਉਹ ਡੋਰੇ ਪਾ ਸਕਦੇ ਆ। ਔਰ ਮੌਕਾ ਪ੍ਰਸਤੀ ਦੀਆਂ ਹੱਦਾਂ ਤਾਂ ਹੁਣ ਦੇਖੋ ਨਾ, ਅਮਰਿੰਦਰ ਸਿੰਘ ਹੁਰੀ ਕਾਂਗਰਸ ਪਾਰਟੀ ਵੱਲੋਂ 2 ਵਾਰੀ ਮੁੱਖ ਮੰਤਰੀ ਬਣੇ, ਪਾਰਲੀਮੈਂਟ ਦੇ ਮੈਂਬਰ ਬਣੇ, ਪਾਰਲੀਮੈਂਟ 'ਚ ਆਗੂ ਬਣੇ ਹੈਂ। ਇਹਦੋਂ ਵੱਧ ਪਾਰਟੀ ਕਿਸੇ ਨੂੰ ਕੀ ਦੇ ਸਕਦੀ ਆ? ਤੇ ਉਹ ਜੇ ਬੀਜੇਪੀ 'ਚ ਜਾ ਸਕਦੇ ਆ ਤੇ ਬਾਕੀ ਭਾਈ ਕੁਝ ਵੀ ਹੋ ਸਕਦਾ। ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਵੀ ਵਾਕਈ ਹੁਣ ਕੋਈ ਮਤਲਬ ਆਈਡੀਓਲੋਜੀ ਵਾਲੀ ਗੱਲ ਜਿਹੜੀ ਆ ਉਹ ਮੈਨੂੰ ਨਹੀਂ ਲੱਗਦਾ ਕਿਸੇ ਵੀ ਪਾਰਟੀ ਕੋ ਹੋਵੇ। ਇੱਕ ਮਿੰਟ ਗਿੱਲ ਸਾਹਿਬ, ਜੇ ਤੁਸੀਂ ਇਹ ਦੇਖੋ ਕਿ ਉਹ ਤਾਂ ਸਿੱਧੂ ਤੇ ਦੋਸ਼ ਲਾਉਂਦੇ ਆ ਕੇਜਰੀਵਾਲ ਸਾਹਿਬ, ਇਹ ਦੋਸ਼ ਨਹੀਂ ਗਾ, ਇਹ ਤਾਂ ਰਿਐਲਿਟੀ ਆ ਕਿ ਪ੍ਰਗਟ ਸਿੰਘ ਤੇ ਮਨਪ੍ਰੀਤ ਬਾਦਲ ਵੀ ਤੇ ਆਮ ਆਦਮੀ ਪਾਰਟੀ 'ਚ ਜਾਣਾ ਚਾਹੁੰਦੇ ਸੀਗੇ। ਉਦੋਂ ਜੇ ਨਹੀਂ ਉਹਨਾਂ ਨੇ ਲਿਆ, ਜਾਂ ਕਹਿੰਦੇ ਆ ਵੀ ਭਗਵੰਤ ਮਾਨ ਨੇ ਨਹੀਂ ਇਹਨਾਂ ਨੂੰ ਵੜਨ ਦਿੱਤਾ, ਤਾਂ ਵੱਖਰੀ ਗੱਲ ਹੈਗੀ ਆ। ਇਹਦੇ 'ਚ ਸਿੱਧੂ ਸਾਹਿਬ ਨੂੰ ਲਾਲ ਪੀਲਾ ਹੋਣ ਦੀ ਤਾਂ ਕੋਈ ਲੋੜ ਹੀ ਨਹੀਂ ਗੀ। ਇਹ ਤਿੰਨੇ ਹੀ ਟਰਾਈ ਕਰਦੇ ਰਹੇ ਆ, ਤਿੰਨਾਂ ਦੀ ਕੋਆਰਡੀਨੇਸ਼ਨ ਸੀਗੀ ਆਪਸ ਦੇ ਵਿੱਚ। ਤੋ ਇਸ ਕਰਕੇ ਜੀ ਰੱਬ ਹੀ ਰਾਖਾ ਕਹਿ ਸਕਦੇ ਆ ਮਤਲਬ। ਅੱਛਾ, ਇੱਕ ਜਾਂਦੇ ਜਾਂਦੇ ਦੱਸੋ, ਸੁਖਪਾਲ ਖਹਿਰਾ ਨੂੰ ਫਿਰ ਜ਼ਮਾਨਤ ਨਹੀਂ ਮਿਲੀ, ਤੇ ਮੈਨੂੰ ਲੱਗਦਾ ਹੈ ਕਿ ਕਾਫੀ ਪੱਕੇ ਪੈਰੀ ਉਹਨਾਂ ਨੂੰ ਹੱਥ ਪਾਇਆ ਗਿਆ। ਕਿਤੇ ਨਾ ਕਿਤੇ ਦਾਲ 'ਚ ਕਾਲਾ ਜ਼ਰੂਰ ਹੈ, ਨਹੀਂ ਤੇ ਜੇ ਉਹਨਾਂ ਕੋਲ ਕੋਈ ਇਹੋ ਜਿਹਾ ਐਵੀਡੈਂਸ ਨਾ ਹੁੰਦਾ ਤੇ ਹੋ ਸਕਦਾ ਸੀਗਾ ਕਿ ਉਹਨਾਂ ਨੂੰ ਕੋਰਟ 'ਚੋਂ ਕੋਈ ਕਾਨੂੰਨੀ ਸਹਾਰਾ ਮਿਲ ਸਕਦਾ ਸੀਗਾ। ਪਰ ਕਿਤੇ ਲੱਗਦਾ ਹੈ ਕਿ ਖਹਿਰਾ ਸਾਹਿਬ ਦੇ ਮਾਮਲੇ ਦੇ ਵਿੱਚ ਕੋਈ ਸਬੂਤ ਉਹਨਾਂ ਕੋਲ ਜ਼ਰੂਰ ਹੱਥ ਆਏ ਆ, ਜਿਹਦੇ ਕਰਕੇ ਹੁਣ ਉਹ ਕੜਿੱਕੀ 'ਚ ਫਸੇ ਹੋਏ ਆ। ਗਿੱਲ ਸਾਹਿਬ, ਇਹ ਤਾਂ ਸੱਚਾਈ ਆ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਦਾਂ ਫੰਡ ਰੇਜ਼ ਕਰਨ ਲਈ ਲੀਡਰਾਂ ਨੂੰ ਬਾਹਰ ਭੇਜਦੀਆਂ, ਸਾਰੀਆਂ ਪਾਰਟੀਆਂ ਭੇਜਦੀਆਂ ਆ, ਸਾਰੀਆਂ ਪਾਰਟੀਆਂ NRIs ਕੋਲੋਂ ਪੈਸੇ ਇਕੱਠੇ ਕਰਦੀਆਂ। ਤੇ ਖਹਿਰਾ ਸਾਹਿਬ ਤੇ ਮੰਨਦੇ ਆ ਕਿ ਮੈਂ ਪੈਸੇ ਇਕੱਠੇ ਕੀਤੇ ਆ, ਪੈਸੇ ਮੈਂ ਇਕੱਠੇ ਕਰਨ ਗਿਆ ਸੀਗਾ, ਪਾਰਟੀ ਵੱਲੋਂ ਮੇਰੀ ਡਿਊਟੀ ਲੱਗੀ ਸੀਗੀ। ਜਿੱਥੇ ਕਿਤੇ ਕੋਈ ਗੜਬੜ ਆ ਉਹ ਇਹ ਆ ਵੀ ਜੇ ਤਾਂ ਆਮ ਆਦਮੀ ਪਾਰਟੀ ਉਹਨੂੰ ਓਨ ਕਰਦੀ ਹੁੰਦੀ ਤੇ ਆਮ ਆਦਮੀ ਪਾਰਟੀ ਇਹ ਕਹਿੰਦੀ ਭਈ ਇਹਨੇ ਪਾਰਟੀ ਲਈ ਪੈਸੇ ਲੈਣ ਗਿਆ ਸੀਗਾ ਇਹ, ਤੇ ਕਿਉਂਕਿ ਹੁਣ ਆਮ ਆਦਮੀ ਪਾਰਟੀ ਉਹਨੂੰ ਓਨ ਨਹੀਂ ਕਰਦੀ ਹੈਗੀ। ਔਰ ਦੂਜੀ ਗੱਲ ਇਹ ਆ, ਮੈਂ ਕਿਸੇ ਤੇ ਦੋਸ਼ ਨਹੀਂ ਲਾਉਂਦਾ, ਇਹ ਜਿਹੜਾ ਪੈਸਾ ਆ ਗਿੱਲ ਸਾਹਿਬ, ਇਹ ਬੜੀ ਮਾੜੀ ਚੀਜ਼ ਆ। ਇਹ ਜਿੱਦਾਂ ਤੁਸੀਂ ਦੇਖਿਆ ਹੋਣਾ, ਤੁਸੀਂ ਤੇ ਜਿਹੜੇ ਮਹਿਕਮੇ 'ਚ ਰਹੇ ਆ ਉਹਦੇ 'ਚ ਵੀ ਇਦਾਂ ਚੱਲਦਾ ਕਿ ਉੱਤੋਂ ਹੁਕਮ ਹੁੰਦਾ ਵੀ ਇਹ ਫਲਾਣਾ ਜਿਹੜਾ ਨਾ ਜੀ, ਫਲਾਣੀ ਸਬ ਡਿਵੀਜ਼ਨ, ਫਲਾਣਾ SSP, ਫਲਾਣਾ SHO ਇੰਨੇ ਪੈਸੇ ਇਕੱਠੇ ਕਰਕੇ ਦਵੇ। ਉਹ ਜਿੰਨੇ ਪੈਸੇ ਦੇਣੇ ਹੁੰਦੇ ਆ ਨਾ, ਉਦੋਂ ਵੱਧ ਇਕੱਠੇ ਹੁੰਦੇ ਆ, ਤੇ ਉਹਦੇ ਕੋਲ ਵੀ ਹਿੱਸਾ ਉਹਦਾ ਜਿਹੜਾ ਉਹਨੂੰ ਉਹ ਅਧਿਕਾਰ ਸਮਝਦਾ ਆਪਣਾ। ਸੋ ਇਦਾਂ ਦੀਆਂ ਵੀ ਕੋਈ ਗੱਲਾਂ ਹੋ ਸਕਦੀਆਂ, ਆਪਾਂ ਤੇ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ। ਪਰ ਇਹ ਤੁਹਾਡੀ ਗੱਲ ਸਹੀ ਆ ਕਿ ਜੇ ਬਿਲਕੁਲ ਹੀ ਬੇਬੁਨਿਆਦ ਹੁੰਦੇ
ਤਾਂ ਫਿਰ ਸ਼ਾਇਦ ਕੋਈ ਉਹਦੇ ਆਧਾਰ ਤੇ ਡਿਫੈਂਸ ਕਰਦੇ ਤੇ ਜ਼ਮਾਨਤ ਮਿਲ ਜਾਂਦੀ। ਉਹਨਾਂ ਨੂੰ ਹੁਣ ਕਿਸੇ ਨੇ ਨਹੀਂ ਕੀਤਾ ਜੀ, ਜਿੰਨੇ ਤੇਜ਼ ਤਰਾਰ ਉਹ ਨੇਤਾ ਸੀਗੇ ਕਾਂਗਰਸ ਚ ਗਏ ਜਿਸ ਤਰੀਕੇ ਨਾਲ, ਤੇ ਕਾਂਗਰਸ ਨੇ ਵੀ ਨਹੀਂ ਔਨ ਕੀਤਾ। ਤੇ ਦੂਜੇ ਲੀਡਰਾਂ ਨੂੰ ਇਹ ਸਬਕ ਸਿੱਖ ਲੈਣਾ ਚਾਹੀਦਾ ਹੈ ਕਿ ਜਿਹੜੇ ਬੰਦੇ ਇਹ ਮਾਰਦੇ ਟਪੂਸਨੀਆਂ ਇੱਕ ਪਾਰਟੀ ਚੋਂ ਦੂਜੀ ਪਾਰਟੀ 'ਚ, ਦੂਜੀ ਚੋਂ ਤੀਜੀ ਪਾਰਟੀ 'ਚ, ਹਸ਼ਰ ਉਹਨਾਂ ਦਾ ਇਹੋ ਹੀ ਹੁੰਦਾ ਆ। ਤੇ ਹਸ਼ਰ ਸਾਡੇ ਸਾਹਮਣੇ ਬੜੇ ਵੱਡੇ ਥੰਮ, ਵੱਡੇ ਲੀਡਰ ਜਿਨ੍ਹਾਂ ਨੂੰ ਕਹਿੰਦੇ ਸਾਂ ਆਪਾਂ ਕੈਪਟਨ ਅਮਰਿੰਦਰ, ਉਹਨਾਂ ਦਾ ਵੀ ਆਪਾਂ ਦੇਖ ਰਹੇ ਹਾਂ ਕਿ ਉਹਨਾਂ ਦਾ ਇਸ ਵੇਲੇ ਕੀ ਹਾਲ ਹੈ, ਤੇ ਅੱਗੇ ਜਾ ਕੇ ਉਹਨਾਂ ਦਾ ਕਿੰਨਾ ਕੁ ਹੋਰ ਜਿਹੜਾ ਮਾੜਾ ਹਾਲ ਹੋਣ ਵਾਲਾ ਹੈ। ਇੱਕ ਇਤਿਹਾਸਕ ਗੱਲ ਗਿੱਲ ਸਾਹਿਬ ਮੈਂ ਜਾਂਦਾ ਜਾਂਦਾ ਸ਼ੇਅਰ ਕਰ ਲੈਣਾ ਤੁਹਾਡੇ ਨਾਲ। ਹਾਂਜੀ। ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਕੁਝ ਬੰਦੇ ਸੀਗੇ ਜਿਹੜੇ ਅੰਗਰੇਜ਼ਾਂ ਦੀ ਮਦਦ ਕਰਦੇ ਸੀਗੇ। ਤੇ ਜਦੋਂ ਅੰਗਰੇਜ਼ਾਂ ਨੇ ਜਿੱਤ ਲਿਆ ਨਾ, ਤੇ ਉਹਨਾਂ ਨੂੰ ਕਹਿੰਦੇ ਵੀ ਇਹਨਾਂ ਨੂੰ ਨਾ ਫਾਹੇ ਲਾ ਦਿਓ ਸਾਰਿਆਂ ਨੂੰ, ਇਹਨਾਂ ਦੀਆਂ ਧੌਣਾਂ ਉਡਾ ਦਿਓ। ਉਹ ਕਹਿੰਦੇ ਜੀ ਅਸੀਂ ਤਾਂ ਤੁਹਾਡੀ ਮਦਦ ਕਰਦੇ ਰਹੇ ਹਾਂ ਤੇ ਤੁਸੀਂ ਸਾਨੂੰ ਇਹ ਇਨਾਮ ਦੇਣ ਲੱਗੇ ਜੇ। ਉਹ ਆਂਦੇ ਉਹ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਨਾ ਬਣੇ, ਤੁਸੀਂ ਗਦਾਰੀ ਕਰਦੇ ਰਹੇ ਉਹਦੇ ਨਾਲ, ਤੁਸੀਂ ਸਾਡੇ ਕਿੱਦਾਂ ਬਣੋਗੇ। ਇਹ ਸਾਡੇ ਬਜ਼ੁਰਗ ਜਿਹੜੇ ਆ ਉਹ ਸਾਨੂੰ ਸੁਣਾਉਂਦੇ ਹੁੰਦੇ ਸੀਗੇ। ਸੋ ਇਸ ਕਰਕੇ ਇਹ ਜਿਹੜਾ ਚਫੇਰਗੜੀਆ ਬਣਨ ਦਾ ਯਤਨ ਕਰਦਾ ਨਾ, ਉਹਦਾ ਆਮ ਤੌਰ ਤੇ ਇਹੋ ਹੀ ਹਾਲ ਹੁੰਦਾ ਆ। ਇਹ ਤੁਸੀਂ ਠੀਕ ਕਹਿ ਰਹੇ ਆ ਕਿ ਲੀਡਰਾਂ ਨੂੰ ਇਸ ਗੱਲੋਂ ਸਿੱਖਣਾ ਚਾਹੀਦਾ ਆ ਕਿ ਉਹ ਕਿਸੇ ਲਾਲਚ ਵਸ ਜਾਂ ਬਿਨਾਂ ਵਜ੍ਹਾ ਹੀ ਮਤਲਬ ਪਾਰਟੀਆਂ ਨਾ ਬਦਲਦੇ ਫਿਰਨ। ਜਿੱਥੇ ਖੜੇ ਆ ਉੱਥੇ ਖੜਨ, ਖੜਿਆਂ ਬੰਦਿਆਂ ਦਾ ਮੁੱਲ ਪੈਂਦਾ ਹੁੰਦਾ ਜੀ। ਬਿਲਕੁਲ, ਕਿਸੇ ਅਸੂਲ ਦੇ ਉੱਤੇ ਕਿਸੇ ਖੜੇ ਰਹਿਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲੂ ਸਾਹਿਬ, ਧੰਨਵਾਦ ਜੀ। ਬਹੁਤ ਮਿਹਰਬਾਨੀ ਜੀ।